ਤਰੀਏ ਗੁਰ ਵਿਚਾਰ, ਨਾਨਕ ਬੇੜੀ ਸੱਚ ਕੀ। ਤਰੀਏ ਗੁਰ ਵਿਚਾਰ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦ ਸਚ ਜੁਗਾਦ ਸਚ ਹੈ ਭੀ ਸਚ। ਨਾਨਕ ਹੋਸੀ ਭੀ ਸਚ। ਡੰਡੌਤ ਬੰਦਨ ਅਨੇਕ ਬਾਰ ਸਰਬ ਕਲਾ ਸਮਰੱਥ। ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਧੀ ਤਰਿਆਰੇ। ਗੁਰ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਵਾਸ ਨਾ ਪਰਿਆਰੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੌੜੀ ਮਹੱਲਾ ਪੰਜਵਾ। ਜੋਗ ਜੁਗਤ ਸੁਨ ਆਇਓ ਗੁਰ ਤੇ ਮੌਕੋ ਸਤਿਗੁਰ ਸ਼ਬਦ ਬੁਝਾਇਓ ਰਹਾਉ। ਨੌ ਖੰਡ ਪ੍ਰਿਥਵੀ ਇਸ ਤਨ ਮਹਿ ਰਵਿਆ ਨਿਮਖ ਨਿਮਖ ਨਮਸਕਾਰਾ। ਦੇਖਿਆ ਗੁਰ ਕੀ ਮੁੰਦਰਾ ਕਾਨੀ ਦ੍ਰਿੜਿਓ ਏਕ ਨਿਰੰਕਾਰਾ। ਪੰਚ ਚੇਲੇ ਮਿਲ ਭਏ ਇਕਤਰਾ ਏਕਸ ਕੈ ਵਸ ਕੀਏ। 10 ਬੈਰਾਗਣ ਆਗਿਆਕਾਰੀ ਤਬ ਨਿਰਮਲ ਜੋਗੀ ਥੀਏ। ਭਰਮ ਜਰਾਏ ਚਰਾਈ ਬੇਭੂਤਾ ਪੰਥ ਏਕ ਕਰ ਪੇਖਿਆ। ਸਹਿਜ ਸੂਖ ਸੋ ਕੀਨੀ ਭੁਗਤਾ ਜੋ ਠਾਕੁਰ ਮਸਤਕ ਲਿਖਿਆ। ਜਹ ਭਉ ਨਾਹੀ ਤਹਾਂ ਆਸਨ ਬਾਧਿਓ ਸਿੰਘੀ ਅਨਹਤ ਬਾਨੀ। ਤਤ ਵਿਚਾਰ ਡੰਡਾ ਕਰ ਰਾਖਿਓ ਜੋਗ ਜੁਗਤ ਨਾਮ ਮਨ ਭਾਨੀ। ਐਸਾ ਜੋਗੀ ਵਡ ਭਾਗੀ ਭੇਟੈ ਮਾਇਆ ਕੇ ਬੰਧਨ ਕਾਟੈ। ਸੇਵਾ ਪੂਜ ਕਰੋ ਤਿਸ ਮੂਰਤ ਕੀ ਨਾਨਕ ਤਿਸ ਪਗ ਚਾਟੈ। ਐਸਾ ਜੋਗੀ ਵਡ ਭਾਗੀ ਭੇਟੈ ਮਾਇਆ ਕੇ ਬੰਧਨ ਕਾਟੈ। ਸੇਵਾ ਪੂਜ ਕਰੋ ਤਿਸ ਮੂਰਤ ਕੀ
ਨਾਨਕ ਤਿਸ ਪਗ ਚਾਟੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਜੋਗ ਚਵਰ ਛਤਰ ਤਖਤ ਦੇ ਮਾਲਕ, ਜੁਗੋ ਜੁਗ ਅਟਲ ਸ਼ਬਦ ਬ੍ਰਹਮ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਦਾ ਆਨੰਦ ਮਾਣ ਰਹੇ ਵਡਭਾਗੀ ਜਨੋ। ਪਾਤਸ਼ਾਹ ਜੀ ਨੇ ਅਪਾਰ ਬਖਸ਼ਿਸ਼ ਕੀਤੀ ਹੈ, ਜੋ ਸਾਨੂੰ ਸਭ ਸੰਗਤਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਵਿੱਚ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਆਓ ਅਸੀਂ ਸਭ ਤੋਂ ਪਹਿਲਾਂ ਆਪਣੀ ਰਸਨਾ ਨੂੰ ਪਵਿੱਤਰ ਕਰੀਏ। ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਆਪ ਸਭ ਸੰਗਤਾਂ ਨੇ ਫਰਮਾਨ ਸ਼ਰਵਣ ਕੀਤਾ ਹੈ। ਪਾਤਸ਼ਾਹ ਜੀ ਨੇ ਮਹਾਨ ਬਖਸ਼ਿਸ਼ ਕੀਤੀ ਹੈ ਗੁਰਸਿੱਖ ਨੂੰ। ਇਹ ਜੋ ਬ੍ਰਹਮ ਦੀ ਜੁਗਤ ਹੈ, ਜੁਗਤ ਦੱਸ ਦਿੱਤੀ ਹੈ। ਆਓ ਇਸ ਬ੍ਰਹਮ ਦੀ ਜੁਗਤ ਉੱਤੇ ਵਿਚਾਰ ਕਰਨ ਤੋਂ ਪਹਿਲਾਂ ਭਾਈ ਸਾਹਿਬ ਪਾਸੋਂ ਅਸੀਂ ਪੰਗਤੀ ਕਾ ਜਾਪ ਸਰਵਣ ਕਰਦੇ ਹਾਂ। ਗੌੜੀ ਮਹੱਲਾ ਪੰਜਵਾਂ। ਜੋਗ ਜੁਗਤ ਸੁਨ ਆਇਓ ਗੁਰ ਤੇ, ਮੋਕੋ ਸਤਿਗੁਰ ਸ਼ਬਦ ਬੁਝਾਇਓ। ਜੋਗ ਜੁਗਤ ਸੁਨ ਆਇਓ ਗੁਰ ਤੇ। ਗੁਰੂ ਪਿਆਰਿਓ, ਅਸੀਂ ਜਪਜੀ ਸਾਹਿਬ ਦੇ ਵਿੱਚ ਵੀ ਪੜ੍ਹਦੇ ਹਾਂ ਕਿ ਪਾਤਸ਼ਾਹ ਜੀ ਨੇ ਜੋ 4 ਪੌੜੀਆਂ ਹਨ, ਉਹ ਜੋਗੀਆਂ ਦੇ ਨਾਲ ਪਾਤਸ਼ਾਹ ਜੀ ਨੇ ਵਿਚਾਰ ਕੀਤੀ ਹੈ ਤੇ ਜੋਗੀਆਂ ਨੂੰ ਬ੍ਰਹਮ ਦਾ ਗਿਆਨ, ਬ੍ਰਹਮ ਦਾ ਉਪਦੇਸ਼ ਬਖਸ਼ਿਸ਼ ਕੀਤਾ ਹੈ। ਅਸੀਂ ਪੜ੍ਹਿਆ ਹੈ, ਮੁੰਦਾ ਸੰਤੋਖ ਸਰਮ ਪਤ ਝੋਲੀ, ਧਿਆਨ ਕੀ ਕਰਹਿ ਵਿਭੂਤ, ਖਿੰਥਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ, ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ਼। ਪਾਤਸ਼ਾਹ ਜੀ ਨੇ ਫਰਮਾਨ ਕੀਤਾ, ਮੁੰਦਾ ਸੰਤੋਖ, ਕਿ ਮੇਰੇ ਕੰਨ ਦੇ ਵਿੱਚ ਜੋ ਮੁੰਦਰਾਂ ਨੇ ਉਹ ਸੰਤੋਖ ਦੀਆਂ ਮੁੰਦਰਾਂ ਨੇ। ਮੁੰਦਾ ਸੰਤੋਖ ਸਰਮ ਪਤ ਝੋਲੀ, ਜਿਹੜੀ ਮੇਰੇ ਕੋਲ ਵੀ ਝੋਲੀ ਹੈ ਉਹ ਸਰਮ ਦੀ ਹੈ, ਭਾਵ ਮਿਹਨਤ ਦੀ ਹੈ। ਸਰਮ ਪਤ ਝੋਲੀ, ਧਿਆਨ ਕੀ ਕਰਹਿ ਵਿਭੂਤ, ਵਿਭੂਤੀ ਮੈਂ ਵੀ ਆਪਣੇ ਸਰੀਰ ਤੇ ਲਾਈ ਹੋਈ ਹੈ। ਵਿਭੂਤੀ ਕਿਹੜੀ ਹੈ? ਉਹ ਧਿਆਨ ਦੀ ਵਿਭੂਤੀ ਹੈ, ਭਾਵ ਮੈਂ ਧਿਆਨ ਕਰਕੇ ਆਪਣੇ ਪਰਮੇਸ਼ਰ, ਆਪਣੇ ਪ੍ਰਭੂ, ਆਪਣੇ ਵਾਹਿਗੁਰੂ ਨੂੰ ਧਿਆਉਣਾ ਹਾਂ। ਇਹ ਮੇਰੇ ਕੋਲ ਧਿਆਨ ਦੀ ਵਿਭੂਤੀ ਹੈ। ਧਿਆਨ ਦੀ ਵਿਭੂਤੀ ਮੈਂ ਆਪਣੇ ਸਰੀਰ ਉੱਤੇ ਚੜਾਈ ਹੋਈ ਹੈ। ਆਪ ਸਭ ਸੰਗਤਾਂ ਨੇ ਸ਼ਬਦ ਸਰਵਣ ਕੀਤਾ ਹੈ, ਜੋਗ ਜੁਗਤ ਸੁਣ ਆਇਓ ਗੁਰ ਤੇ। ਗੁਰੂ ਕਾ ਸਿੱਖ ਫਰਮਾਨ ਕਰਦਾ ਹੈ, ਮੈਂ ਆਪਣੇ ਗੁਰੂ ਪਾਸੋਂ ਇਹ ਮੈਂ ਜੁਗਤੀ ਸੁਣ ਕੇ ਆਇਆ ਹਾਂ। ਜੋਗ ਜੁਗਤ ਸੁਣ ਆਇਓ ਗੁਰ ਤੇ, ਮੈਂ ਜੁਗਤੀ ਨੂੰ ਸੁਣ ਲਿਆ। ਮੋਕੋ ਸਤਿਗੁਰ ਸ਼ਬਦ ਬੁਝਾਇਓ, ਮੇਰੇ ਸਤਿਗੁਰੂ ਨੇ ਮੈਨੂੰ ਸ਼ਬਦ ਬੁਝਾ ਦਿੱਤਾ ਹੈ। ਮੇਰੇ ਸਤਿਗੁਰੂ ਨੇ ਮੈਨੂੰ ਗਿਆਨ ਕਰਵਾ ਦਿੱਤਾ ਹੈ ਕਿ ਭਾਈ ਸਿੱਖਾ, ਤੈਨੂੰ ਕਿਤੇ ਜਾਣ ਦੀ ਲੋੜ ਨਹੀਂ, ਤੈਨੂੰ ਘਰ-ਬਾਰ ਛੱਡਣ ਦੀ ਲੋੜ ਨਹੀਂ, ਤੈਨੂੰ ਘਰ-ਬਾਰ ਛੱਡ ਕੇ ਪਹਾੜਾਂ ਤੇ ਜਾਣ ਦੀ ਲੋੜ ਨਹੀਂ, ਤੈਨੂੰ ਆਪਣੇ ਇਸਤਰੀਆਂ, ਧੀ, ਪੁੱਤਰ, ਬੱਚੇ ਛੱਡਣ ਦੀ ਲੋੜ ਨਹੀਂ, ਤੈਨੂੰ ਆਪਣੀ ਜ਼ਮੀਨ ਜਾਇਦਾਦ ਛੱਡਣ ਦੀ ਲੋੜ ਨਹੀਂ। ਇਹ ਮੇਰੇ ਸਤਿਗੁਰੂ ਨੇ ਮੈਨੂੰ ਸ਼ਬਦ ਦਾ ਹੀ ਬੁਝਾ ਦਿੱਤਾ ਹੈ।
ਇਹ ਰਹਾਉ ਵਾਲੇ ਬੰਦ ਵਿੱਚ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਮੋਕੋ ਸਤਿਗੁਰ ਸ਼ਬਦ ਬੁਝਾਇਓ। ਮੇਰੇ ਸਤਿਗੁਰੂ ਨੇ ਮੈਨੂੰ ਅਸਲ ਵਿੱਚ ਸਚਾਈ ਬਾਰੇ ਦੱਸ ਦਿੱਤਾ ਹੈ। ਕਿਉਂਕਿ ਗੁਰੂ ਪਿਆਰਿਓ, ਇਹ ਜਿਹੜੀ ਖੇਡ ਹੈ ਇਹ ਪਰਮੇਸ਼ਰ ਨੇ ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਓ। ਦੁਈ ਕੁਦਰਤ ਸਾਜੀਏ ਕਰ ਆਸਣ ਡਿਠੋ ਚਾਓ। ਪਰਮੇਸ਼ਰ ਨੇ ਸਾਰਿਆਂ ਤੋਂ ਪਹਿਲਾਂ ਆਪਣਾ ਨਾਮ ਰਚਿਆ ਹੈ ਅਤੇ ਬਾਅਦ ਵਿੱਚ ਦੂਸਰੇ ਨੰਬਰ ਤੇ ਕੁਦਰਤ ਰਚ ਦਿੱਤੀ, ਤੇ ਬਾਅਦ ਵਿੱਚ ਜੋ ਕੁਦਰਤ ਹੈ, ਕੁਦਰਤ ਰਚ ਕੇ ਤੇ ਪਰਮੇਸ਼ਰ ਨੇ ਆਪਣੀ ਖੇਡ ਦੇਖਣੀ ਸ਼ੁਰੂ ਕਰ ਦਿੱਤੀ। ਕਰ ਆਸਣ ਡਿਠੋ ਚਾਓ। ਗੁਰੂ ਪਿਆਰੋ, ਇਹ ਜਿਹੜੀ ਸਾਰੀ ਖੇਡ ਹੈ ਇਹ ਮਾਇਆ ਦੀ ਖੇਡ ਹੈ। ਜੋਗੀਆਂ ਨੂੰ ਲੱਗਦਾ ਰਿਹਾ ਪਤਾ ਨਹੀਂ ਧਨ ਦੌਲਤ ਹੀ ਮਾਇਆ ਹੈ, ਪਤਾ ਨਹੀਂ ਪੈਸਾ ਹੀ ਮਾਇਆ ਹੈ, ਪਤਾ ਨਹੀਂ ਅਸੀਂ ਧਨ ਦੌਲਤ ਨੂੰ ਛੱਡ ਦਿੱਤਾ, ਪੈਸੇ ਨੂੰ ਛੱਡ ਦਿੱਤਾ ਕਿ ਅਸੀਂ ਪਤਾ ਨਹੀਂ ਮਾਇਆ ਨੂੰ ਛੱਡ ਕੇ ਆ ਗਏ ਆ। ਪਰ ਗੁਰੂ ਪਿਆਰਿਓ, ਬ੍ਰਹਮ ਦੀ ਗੁਰਬਾਣੀ ਸਾਨੂੰ ਦੱਸਦੀ ਹੈ ਅਸਲ ਵਿੱਚ ਮਾਇਆ ਹੈ ਕੀ। ਗੁਰਬਾਣੀ ਸਾਨੂੰ ਦੱਸੇਗੀ ਮਾਇਆ ਹੈ ਕੀ। ਤਾਂ ਹੀ ਤਾਂ ਪਾਤਸ਼ਾਹ ਨੇ ਦੱਸਤਾ, ਮੋਕੋ ਸਤਿਗੁਰ ਸ਼ਬਦ ਬੁਝਾਇਓ, ਕਿ ਮੇਰੇ ਸਤਿਗੁਰੂ ਨੇ ਮੈਨੂੰ ਇਹ ਸ਼ਬਦ ਬੁਝਾ ਦਿੱਤਾ ਹੈ, ਕਿ ਮੈਨੂੰ ਸੋਝੀ ਕਰਾ ਦਿੱਤੀ ਹੈ, ਮੈਨੂੰ ਸਾਰੀ ਖੇਡ ਦਾ ਪਤਾ ਲੱਗ ਗਿਆ ਹੈ ਕਿ ਅਸਲ ਵਿੱਚ ਮਾਇਆ ਕੀ ਹੈ। ਅਸੀਂ ਗੁਰੂ ਪਿਆਰੋ ਜਪਜੀ ਸਾਹਿਬ ਦੇ ਵਿੱਚ ਵੀ ਪੜ੍ਹਦੇ ਹਾਂ, ਏਕਾ ਮਾਈ ਜੁਗਤ ਬਿਆਈ, ਤਿੰਨ ਚੇਲੇ ਪਰਵਾਣ। ਏਕਾ ਮਾਈ ਜੁਗਤ ਬਿਆਈ, ਤਿੰਨ ਚੇਲੇ ਪਰਵਾਣ। ਇੱਥੇ ਗੁਰੂ ਪਿਆਰਿਓ ਕਈ ਇਤਿਹਾਸਕਾਰ, ਕਈ ਅਰਥ ਕਰਨ ਵਾਲੇ ਵੀਰ, ਕਈ ਕਿਤਾਬਾਂ ਲਿਖਣ ਵਾਲੇ, ਉਹ ਕਹਿੰਦੇ ਅਸੀਂ ਇਸ ਪੰਕਤੀ ਤੇ ਆ ਕੇ ਪਜਲ ਹੋ ਜਾਂਦੇ ਹਾਂ, ਸਾਨੂੰ ਪਤਾ ਨਹੀਂ ਲੱਗਦਾ ਕਿ ਇਸ ਪੰਕਤੀ ਦੇ ਅਰਥ ਕੀ ਕਰਨੇ ਹਨ। ਇੱਕ ਬਹੁਤ ਵੱਡੇ ਵਿਦਵਾਨ ਦੀ ਮੈਂ ਕਿਤਾਬ ਪੜ੍ਹ ਰਿਹਾ ਸੀ, ਉਸਨੇ ਆਪਣੀ ਕਿਤਾਬ ਦੇ ਵਿੱਚ ਲਿਖਿਆ ਕਿ ਜਦੋਂ ਮੈਂ ਇਸ ਪੰਕਤੀ ਤੇ ਪਹੁੰਚਿਆ ਤਾਂ ਮੈਨੂੰ ਹਿੰਦੂ ਧਰਮ ਦੇ ਜੋ ਗ੍ਰੰਥ ਨੇ ਉਹ ਗ੍ਰੰਥ ਮੈਨੂੰ ਚੁੱਕਣੇ ਪਏ। ਗੁਰੂ ਪਿਆਰਿਓ, ਗੁਰੂ ਸਾਹਿਬ ਤਾਂ ਸਮਝਾਉਂਦੇ ਨੇ, ਸਿਮਰਤ ਸਾਸਤ ਪੁੰਨ ਪਾਪ ਵਿਚਾਰ ਦੇ ਤੱਤੇ ਸਾਰ ਨਾ ਜਾਣੀ। ਤੱਤੇ ਸਾਰ ਨਾ ਜਾਣੀ ਗੁਰੂ ਬਾਝੋਂ, ਤੱਤੇ ਸਾਰ ਨਾ ਜਾਣੀ। ਜੇ ਇਸ ਪੰਕਤੀ ਦੇ ਅਰਥ ਲੱਭਣੇ ਸੀ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਖੋਜ ਕਰਨੀ ਸੀ। ਗੁਰੂ ਗ੍ਰੰਥ ਸਾਹਿਬ ਨੇ ਦੱਸ ਦੇਣਾ ਸੀ ਕਿ ਇਸ ਪੰਕਤੀ ਦੇ ਅਰਥ ਕੀ ਬਣਨੇ ਆ। ਅਰਥ ਕਰ ਦਿੱਤੇ ਗੁਰੂ ਪਿਆਰੋ, ਏਕਾ ਮਾਈ ਜੁਗਤ ਬਿਆਈ, ਤਿੰਨ ਚੇਲੇ ਪ੍ਰਵਾਨ। ਪਰਮੇਸ਼ਰ ਨੇ ਸਾਰਿਆਂ ਤੋਂ ਪਹਿਲਾਂ ਇੱਕ ਮਾਇਆ ਦੀ ਰਚਨਾ ਕੀਤੀ ਹੈ, ਇੱਕ ਮਾਇਆ ਬਣਾ ਦਿੱਤੀ। ਮਾਈ ਨੂੰ ਮਾਇਆ ਕਿਹਾ ਹੈ ਗੁਰੂ ਪਿਆਰਿਓ। ਏਕਾ ਮਾਈ ਜੁਗਤ ਬਿਆਈ, ਬਿਆਈ ਦੇ ਅਰਥ ਨੇ ਵਿਸਥਾਰ ਕਰਨਾ। ਇੱਕ ਮਾਇਆ ਤੋਂ ਹੀ ਗੁਰੂ ਪਿਆਰਿਓ ਸਾਰੀ ਖੇਡ ਦਾ ਵਿਸਥਾਰ ਕੀਤਾ ਹੋਇਆ। ਅਸੀਂ ਪੜ੍ਹਦੇ ਹਾਂ, ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ। ਅਨੇਕਾਂ ਰੰਗਾਂ ਦੀ, ਅਨੇਕਾਂ ਕਿਸਮਾਂ ਦੀ, ਅਨੇਕਾਂ ਜਿਨਸਾਂ ਦੀ ਜੋ ਮਾਇਆ ਹੈ ਇਹ ਪਰਮੇਸ਼ਰ ਨੇ ਬਣਾਈ ਹੈ। ਬਣਾਈ ਇੱਕ ਮਾਇਆ ਵਿੱਚੋਂ ਹੀ ਹੈ। ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ। ਏਕਾ ਮਾਈ ਜੁਗਤ ਬਿਆਈ, ਤਿੰਨ ਚੇਲੇ ਪ੍ਰਵਾਨ। ਤਿੰਨ ਚੇਲੇ ਕਿਹੜੇ ਆ ਗੁਰੂ ਪਿਆਰਿਓ? ਇਹ ਗੁਰਬਾਣੀ ਚੋਂ ਖੋਜਣੇ ਸੀ, ਉਹ ਤਿੰਨ ਚੇਲੇ ਕਿਹੜੇ ਆ। ਗੁਰਬਾਣੀ ਦੱਸਦੀ ਹੈ, ਬ੍ਰਹਮਾ ਬਿਸ਼ਨ ਮਹੇਸ਼ ਤ੍ਰੈ ਗੁਣ, ਸਿਰ ਧੰਦੇ ਲਾਇਆ। ਜੋ ਬ੍ਰਹਮਾ ਬਿਸ਼ਨ ਮਹੇਸ਼ ਨੇ ਇਹ ਤ੍ਰੈ ਗੁਣ ਨੇ, ਇਹ ਤਿੰਨ ਗੁਣ ਨੇ, ਰਜ ਗੁਣ, ਤਮ ਗੁਣ, ਸਤ ਗੁਣ। ਇਹ ਪਰਮੇਸ਼ਰ ਨੇ ਤਿੰਨ ਗੁਣ ਪੈਦਾ ਕੀਤੇ ਹੈ, ਰਜ ਗੁਣ, ਤਮ ਗੁਣ, ਸਤ ਗੁਣ। ਇਹਦੇ ਵਿੱਚ ਹੀ ਗੁਰੂ ਪਿਆਰਿਓ ਸਾਰੀ ਖੇਡ ਬਣਾਈ ਹੋਈ ਹੈ। ਸਾਰੀ ਖੇਡ ਸ੍ਰਿਸ਼ਟੀ ਦੀ ਮਾਇਆ ਨੇ ਰਚੀ ਹੈ। ਮਾਇਆ ਦੇ ਤਿੰਨ ਗੁਣ ਨੇ, ਰਜੋ ਗੁਣ, ਤਮੋ ਗੁਣ, ਸਤੋ ਗੁਣ। ਇਸ ਨੂੰ ਗੁਰੂ ਪਿਆਰਿਓ ਗੁਰਬਾਣੀ ਦੇ ਵਿੱਚ ਪਵਨ, ਪਾਣੀ ਤੇ ਅਗਨੀ ਵੀ ਕਹਿ ਦਿੱਤਾ। ਇਸ ਨੂੰ ਗੁਰਬਾਣੀ ਦੇ ਵਿੱਚ ਬ੍ਰਹਮਾ, ਵਿਸ਼ਨੂੰ, ਮਹੇਸ਼ ਵੀ ਕਹਿ ਦਿੱਤਾ। ਇਸੇ ਦੀ ਹੀ ਖੇਡ ਹੈ। ਵਿਗਿਆਨਕਾਂ ਨੇ ਇਸ ਨੂੰ ਆਪਣਾ ਨਾਮ ਦੇ ਦਿੱਤਾ। ਵਿਗਿਆਨਕਾਂ ਨੇ ਵੀ ਮਾਇਆ ਦੇ ਇਹ ਤਿੰਨ ਗੁਣਾਂ ਦਾ ਖੰਡਨ ਨਹੀਂ ਕੀਤਾ। ਵਿਗਿਆਨਕਾਂ ਨੇ ਆਪਣਾ ਨਾਮ ਦੇ ਦਿੱਤਾ ਹੈ।
ਉਹ ਕੀ ਕਹਿੰਦੇ ਨੇ ਵਿਗਿਆਨਿਕ ਇਸ ਤਿੰਨ ਗੁਣਾਂ ਨੂੰ? ਨਿਊਟਰੋਨ, ਪ੍ਰੋਟੋਨ, ਇਲੈਕਟ੍ਰੋਨ, ਇਹ ਤਿੰਨ ਗੁਣ ਨੇ। ਇਹ ਤਿੰਨ ਗੁਣਾਂ ਨੂੰ ਵਿਗਿਆਨਿਕਾਂ ਨੇ ਆਪਣਾ ਨਾਮ ਦੇ ਦਿੱਤਾ ਹੈ ਗੁਰੂ ਪਿਆਰਿਓ। ਇਹ ਤਿੰਨ ਗੁਣਾਂ ਦਾ ਹੀ ਵਿਸਥਾਰ ਹੈ ਸਾਰੇ ਸੰਸਾਰ ਦੇ ਵਿੱਚ। ਏਕਾ ਮਾਈ ਜੁਗਤ ਬਿਆਈ, ਇੱਕ ਮਾਈ ਤੋਂ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ, ਮਾਇਆ ਜਿਨ ਉਪਾਈ। ਜੁਗਤ ਬਿਆਈ ਤਿੰਨ ਚੇਲੇ ਪ੍ਰਵਾਨ। ਇਹ ਜਿਹੜੇ ਤਿੰਨ ਚੇਲੇ ਨੇ ਇਹ ਰਜ ਗੁਣ, ਤਮ ਗੁਣ, ਸਤ ਗੁਣ ਨੇ। ਰਜ ਗੁਣ ਦੇ ਅਰਥ ਨੇ ਕਿਸੇ ਚੀਜ਼ ਦਾ ਵਿਸਥਾਰ ਕਰਨਾ, ਕਿਸੇ ਚੀਜ਼ ਦਾ ਵਿਸਥਾਰ ਹੋਈ ਜਾਣਾ, ਵਿਸਥਾਰ ਹੋਈ ਜਾਣਾ, ਚੀਜ਼ ਅੱਗੇ ਤੋਂ ਅੱਗੇ ਵਧੀ ਜਾਣੀ। ਤਮ ਗੁਣ ਦੇ ਕੀ ਅਰਥ ਨੇ? ਤਮ ਗੁਣ ਭਾਵ ਨਾਸ਼ ਹੋਣਾ, ਖਤਮ ਹੋ ਜਾਣਾ, ਠਹਿਰਾਓ ਹੋਣਾ, ਇਹ ਤਮ ਗੁਣ ਹੈ ਗੁਰੂ ਪਿਆਰਿਓ। ਜਿਹੜਾ ਸਤ ਗੁਣ ਹੈ, ਸਤ ਗੁਣ ਕਿਸੇ ਦੀ ਪਾਲਣਾ ਕਰਨੀ, ਕਿਸੇ ਨੂੰ ਪਾਲਣਾ, ਕਿਸੇ ਨੂੰ ਪੋਛਣਾ, ਇਹ ਜਿਹੜਾ ਗੁਣ ਹੈ ਗੁਰੂ ਪਿਆਰਿਓ, ਇਹ ਸਤ ਗੁਣ ਦਾ ਗੁਣ ਹੈ। ਰਜ ਗੁਣ, ਤਮ ਗੁਣ, ਸਤ ਗੁਣ ਕਹੀਐ, ਇਹ ਤੇਰੀ ਸਭ ਮਾਇਆ। ਇਹ ਪਰਮੇਸ਼ਰ ਦੀ ਮਾਇਆ ਹੈ ਗੁਰੂ ਪਿਆਰਿਓ। ਬ੍ਰਹਮਾ ਵਿਸ਼ਨ ਮਹੇਸ਼ ਤ੍ਰੈ ਗੁਣ ਵਿਸਥਾਰਿਓ। ਇਹ ਬ੍ਰਹਮਾ ਵਿਸ਼ਨ ਮਹੇਸ਼, ਇਹ ਜਿਹੜੇ ਤ੍ਰੈ ਗੁਣ ਨੇ, ਰਜ ਗੁਣ, ਤਮ ਗੁਣ, ਸਤ ਗੁਣ ਨੇ, ਇਹਨਾਂ ਦਾ ਹੀ ਸਾਰੇ ਪਾਸੇ ਵਿਸਥਾਰਾ ਹੈ। ਇਹ ਜੀਵ ਦੇ ਅੰਦਰ ਵੀ ਤਿੰਨ ਗੁਣ ਨੇ। ਇਹ ਜਿਹੜੇ ਗੁਣ ਨੇ ਇਹ ਕੁਦਰਤ ਸਾਰੀ ਦੇ ਅੰਦਰ ਤਿੰਨ ਗੁਣ ਨੇ। ਤੇ ਗੁਰੂ ਪਿਆਰਿਓ ਅਸੀਂ ਪਰਮੇਸ਼ਰ ਨੂੰ ਵੀ ਕਹਿ ਦਿੰਨੇ ਆ ਕਿ ਸਰਗੁਣ ਹੈ ਪਰਮੇਸ਼ਰ, ਇੱਕ ਪਾਸੇ ਨਿਰਗੁਣ ਹੈ। ਨਿਰਗੁਣ ਦਾ ਅਰਥ ਇਹ ਨਹੀਂ ਹੁੰਦਾ ਕਿ ਪਰਮੇਸ਼ਰ ਵਿੱਚ ਕੋਈ ਗੁਣ ਨਹੀਂ। ਨਿਰਗੁਣ ਦਾ ਅਰਥ ਇਹ ਹੈ ਕਿ ਇਹ ਜਿਹੜਾ ਤਿੰਨੇ ਗੁਣਾਂ ਤੋਂ ਨਿਰਲੇਪ ਹੋਵੇ। ਰਜ ਗੁਣ, ਸਤ ਗੁਣ, ਤਮ ਗੁਣ ਤੋਂ ਨਿਰਲੇਪ ਹੈ ਗੁਰੂ ਪਿਆਰਿਓ, ਤਾਂ ਕਰਕੇ ਅਸੀਂ ਨਿਰਗੁਣ ਕਹਿ ਦਿੰਨੇ ਆ। ਜਿਹੜਾ ਸਰਗੁਣ ਹੈ ਗੁਰੂ ਪਿਆਰਿਓ, ਉਹਦੇ ਵਿੱਚ ਇਹ ਤਿੰਨਾਂ ਗੁਣਾਂ ਸਮੇਤ, ਤਿੰਨਾਂ ਗੁਣਾਂ ਸਮੇਤ ਹੀ ਪਰਮੇਸ਼ਰ ਹੁੰਦਾ ਹੈ ਗੁਰੂ ਪਿਆਰਿਓ, ਅਸੀਂ ਸਰਗੁਣ ਕਹਿ ਦਿੰਨੇ ਆ। ਰਜ ਗੁਣ, ਤਮ ਗੁਣ, ਸਤ ਗੁਣ ਕਹੀਐ, ਇਹ ਤੇਰੀ ਸਭ ਮਾਇਆ। ਗੁਰੂ ਪਿਆਰਿਓ ਕਿਸੇ ਅਸੀਂ ਬੱਚੇ ਨੂੰ ਸਮਝਾਉਣਾ ਹੋਵੇ, ਬੱਚੇ ਨੂੰ ਸਮਝਾਉਣ ਵਾਸਤੇ ਅਸੀਂ ਕਹਿੰਨੇ ਆ ਕਿ A ਫॉर ਐਪਲ। ਜਦੋਂ ਐਪਲ ਦੇਖਦਾ ਹੈ ਤੇ ਉਹ ਐਪਲ ਕਹਿ ਦਿੰਦਾ ਹੈ। ਊੜਾ ਕਹਿ ਦਿੰਦੇ ਅਸੀਂ ਜਦੋਂ ਊਂਠ ਦੀ ਫੋਟੋ ਦੇਖਦਾ ਹੈ ਤਾਂ ਉਹ ਬੱਚਾ ਊਂਠ ਕਹਿ ਦਿੰਦਾ ਹੈ। ਗੁਰੂ ਪਿਆਰਿਓ ਅਸੀਂ ਫੋਟੋਆਂ ਬੱਚੇ ਨੂੰ ਦਿਖਾਉਂਦੇ ਆ, ਬੱਚਾ ਇੱਕਦਮ ਸਮਝ ਜਾਂਦਾ ਹੈ। ਇਸੇ ਤਰੀਕੇ ਦੇ ਨਾਲ ਗੁਰੂ ਪਿਆਰਿਓ ਸਾਡੇ ਰਿਸ਼ੀ ਮੁਨੀਆਂ ਨੇ, ਸਾਡੇ ਭਗਤਾਂ ਨੇ ਇਹਨਾਂ ਤਿੰਨਾਂ ਗੁਣਾਂ ਨੂੰ ਬ੍ਰਹਮਾ, ਵਿਸ਼ਨੂੰ ਤੇ ਮਹੇਸ਼ ਦਾ ਨਾਮ ਦੇ ਦਿੱਤਾ। ਅਸਲ ਵਿੱਚ ਨਾ ਹੀ ਇਹ ਨਰ ਨੇ, ਨਾ ਹੀ ਇਹ ਨਾਰੀ ਨੇ। ਇਹ ਸਾਰੀ ਸ੍ਰਿਸ਼ਟੀ ਦੀ ਜੋ ਖੇਡ ਹੈ, ਇਹ ਖੇਡ ਚਲਾਉਣ ਵਾਲੇ ਤਿੰਨ ਗੁਣ ਨੇ ਗੁਰੂ ਪਿਆਰਿਓ। ਅਸੀਂ ਪੜ੍ਹਦੇ ਹਾਂ 10ਵੇਂ ਪਾਤਸ਼ਾਹ ਜੀ ਦੀ ਬਾਣੀ, ਖੰਡਾ ਪ੍ਰਥਮੇ ਸਾਜ ਕੈ ਜਿਨ ਸਭ ਸਹਿਸਾਰ ਉਪਾਇਆ। ਖੰਡਾ ਕੀ ਹੈ? ਪਹਿਲਾਂ ਤਾਂ ਗੁਰੂ ਪਿਆਰਿਓ ਖੰਡੇ ਨੂੰ ਖੋਜਣ ਦੀ ਲੋੜ ਹੈ। ਅਸਲ ਵਿੱਚ ਇਹ ਖੰਡਾ ਕੀ ਹੈ? ਖੰਡਾ ਪ੍ਰਥਮੇ ਸਾਜ ਕੈ ਜਿਨ ਸਭ ਸਹਿਸਾਰ ਉਪਾਇਆ। ਖੰਡਾ ਇਹੀ ਹੈ, ਖੰਡੇ ਦੇ ਦੋ ਧਾਰਾਂ ਹੁੰਦੀਆਂ ਖੰਡੇ ਦੀਆਂ ਗੁਰੂ ਪਿਆਰਿਓ। ਇੱਕ ਧਾਰ ਦੇ ਵਿੱਚ ਪਰਮੇਸ਼ਰ ਦਾ ਹੁਕਮ ਹੈ, ਇੱਕ ਧਾਰ ਦੇ ਵਿੱਚ ਪਰਮੇਸ਼ਰ ਨੇ ਹੁਕਮ ਕਰ ਦਿੱਤਾ। ਇਹ ਕੁਦਰਤ ਰਚ ਦਿੱਤੀ, ਕੁਦਰਤ ਦੀ ਰਚਨਾ ਰਚ ਦਿੱਤੀ। ਜਿਹੜੀ ਦੂਜੀ ਧਾਰ ਹੈ, ਦੂਜੀ ਧਾਰ ਦੇ ਵਿੱਚ ਗੁਰੂ ਪਿਆਰਿਓ ਪਰਮੇਸ਼ਰ ਨੇ ਜੀਵ ਦੇ ਅੰਦਰ ਹਉਮੈ ਪੈਦਾ ਕਰ ਦਿੱਤੀ। ਸਾਰਾ ਗਿਆਨ ਜਿਤਨਾ ਵੀ ਕਥਾ ਦਾ ਗਿਆਨ ਹੈ, ਵੇਦ ਸ਼ਾਸਤਰ ਸਿਮਰਤੀਆਂ, ਧਰਮ ਦਾ ਗਿਆਨ, ਅਧਿਆਤਮਕ ਦਾ ਗਿਆਨ, ਜਿਤਨਾ ਵੀ ਗਿਆਨ ਹੈ, ਸਾਰਾ ਗਿਆਨ, ਇਹ ਸਾਰਾ ਗਿਆਨ ਪਰਮੇਸ਼ਰ ਵਿੱਚੋਂ ਨਿਕਲ ਰਿਹਾ ਹੈ। ਜਿਤਨਾ ਵੀ ਦੁਨਿਆਵੀ ਗਿਆਨ ਹੈ, ਜਿਤਨਾ ਵੀ ਵਿਗਿਆਨ ਦਾ ਗਿਆਨ ਹੈ, ਇਹ ਸਾਰਾ ਗਿਆਨ ਪਰਮੇਸ਼ਰ ਦੇ ਵਿੱਚੋਂ ਨਿਕਲ ਰਿਹਾ ਹੈ। ਪਰ ਮਨੁੱਖ ਇਹ ਹਉਮੈ ਕਰਕੇ ਸਮਝਦਾ ਹੈ ਕਿ ਪਤਾ ਨਹੀਂ ਮੈਂ ਕਰਨ ਵਾਲਾ, ਇਹ ਪਤਾ ਨਹੀਂ ਮੇਰਾ ਗਿਆਨ ਹੈ, ਪਤਾ ਨਹੀਂ ਮੈਨੂੰ ਸੋਝੀ ਹੋ ਗਈ। ਪਰ ਗਿਆਨ ਤਾਂ ਅਸਲ ਵਿੱਚ ਪਰਮੇਸ਼ਰ ਦਾ ਹੈ ਗੁਰੂ ਪਿਆਰਿਓ। ਤਾਂ ਹੀ ਤਾਂ ਇੱਕ ਪਾਸੇ ਪਰਮੇਸ਼ਰ ਦਾ ਹੁਕਮ ਹੈ ਖੰਡਾ, ਦੂਜੇ ਪਾਸੇ ਗੁਰੂ ਪਿਆਰਿਓ ਪਰਮੇਸ਼ਰ ਨੇ ਜੀਵ ਦੇ ਅੰਦਰ ਹਉਮੈ ਪੈਦਾ ਕਰ ਦਿੱਤੀ। ਹਉਮੈ ਨਾਵੇ ਨਾਲ ਵਿਰੋਧ ਹੈ, ਦੋਇ ਨਾ ਬਸੈ ਇਕੱਠਾਈ। ਹਉਮੈ ਦਾ ਨਾਮ ਦੇ ਨਾਲ ਵਿਰੋਧ ਹੈ। ਜਿਸ ਦੇ ਹਿਰਦੇ ਵਿੱਚ ਹਉਮੈ ਹੁੰਦੀ ਹੈ ਕਿ ਮੈਂ ਕਰਨ ਦੇ ਸਮਰੱਥ ਹਾਂ, ਉਸ ਦੇ ਅੰਦਰ ਨਾਮ ਪ੍ਰਗਟ ਨਹੀਂ ਹੋ ਸਕਦਾ, ਉਹਦੇ ਅੰਦਰ ਨਾਮ ਪ੍ਰਗਟ ਨਹੀਂ ਹੋ ਸਕਦਾ।
ਉਹ ਨਾਮ ਦਾ ਆਨੰਦ ਨਹੀਂ ਮਾਣ ਸਕਦਾ, ਕਿਉਂਕਿ ਜੀਵ ਦੇ ਅੰਦਰ ਹਉਮੈ ਹੈ। ਖੰਡਾ ਪ੍ਰਥਮੈ ਸਾਜ ਕੈ ਜਿਨ ਸਭ ਸਹਿਸਾਰ ਉਪਾਇਆ। ਅੱਗੇ ਆ ਗਿਆ ਬ੍ਰਹਮਾ ਬਿਸ਼ਨ ਮਹੇਸ਼ ਸਾਜ। ਕੁਦਰਤੀ ਦਾ ਖੇਲ ਰਚਾਏ ਬਣਾਇਆ। ਬ੍ਰਹਮਾ ਬਿਸ਼ਨ ਮਹੇਸ਼ ਸਾਜ, ਇਹ ਤਿੰਨ ਗੁਣ ਸਾਜ ਦਿੱਤੇ ਪਰਮੇਸ਼ਰ ਨੇ ਮਾਇਆ ਦੇ। ਰਜ ਗੁਣ, ਤਮ ਗੁਣ, ਸਤ ਗੁਣ ਕਹੀਐ ਇਹ ਤੇਰੀ ਸਭ ਮਾਇਆ। ਗੁਰੂ ਪਿਆਰਿਓ, ਤਿੰਨ ਗੁਣ ਬ੍ਰਹਮਾ ਦਾ ਕੀ ਕੰਮ ਹੈ? ਭਾਵ ਪੈਦਾ ਕਰਨਾ। ਤੁਹਾਡੇ ਅੰਦਰ ਵੀ ਇਹ ਤਿੰਨ ਗੁਣ ਨੇ ਤੇ ਕੁਦਰਤ ਦੇ ਵਿੱਚ ਵੀ ਇਹ ਤਿੰਨ ਗੁਣ ਨੇ। ਜਿਹੜੇ ਤੁਹਾਡੇ ਅੰਦਰ ਤਿੰਨ ਗੁਣ ਨੇ, ਤੁਸੀਂ ਬੱਚੇ ਪੈਦਾ ਕਰ ਰਹੇ ਹੋ, ਤੁਹਾਡੇ ਅੰਦਰ ਇਹ ਪੈਦਾ ਕਰਨ ਵਾਲੇ ਬ੍ਰਹਮਾ ਦਾ ਗੁਣ ਆ ਗਿਆ। ਗੁਰੂ ਪਿਆਰਿਓ, ਤੁਹਾਡੇ ਅੰਦਰ ਬੱਚਿਆਂ ਨੂੰ ਪਾਲਣ ਦੀ ਜੋ ਸਮਰੱਥਾ ਹੈ, ਜੋ ਮੋਹ ਹੈ, ਇਹ ਗੁਰੂ ਪਿਆਰਿਓ, ਇਹ ਜਿਹੜਾ ਗੁਣ ਹੈ ਗੁਰੂ ਪਿਆਰਿਓ, ਇਸ ਨੂੰ ਅਸੀਂ ਕਹਿ ਦਿੰਦੇ ਆ ਭੰਡਾਰੀ। ਇਹ ਵਿਸ਼ਨੂੰ ਵਾਲਾ ਗੁਣ ਆ ਗਿਆ। ਤੇ ਦੂਸਰੇ ਪਾਸੇ ਗੁਰੂ ਪਿਆਰਿਓ, ਜੀਵ ਜਿਹੜੇ ਸੰਸਾਰ ਤੋਂ ਨਾਸ਼ ਹੋ ਰਹੇ ਨੇ, ਤੇ ਉਹ ਜਿਹੜਾ ਗੁਣ ਹੈ ਗੁਰੂ ਪਿਆਰਿਓ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਬਾਨ, ਉਹ ਤੀਜਾ ਗੁਣ ਆ ਗਿਆ ਗੁਰੂ ਪਿਆਰਿਓ। ਨਾਸ਼ ਹੋਣਾ, ਕਿਸੇ ਚੀਜ਼ ਦਾ ਨਾਸ਼ ਹੋਣਾ। ਇੱਕ ਕਿਸੇ ਚੀਜ਼ ਦੀ ਉਪਜ ਹੋਣੀ ਰਜ ਗੁਣ ਹੈ, ਖਤਮ ਹੋਣਾ ਤਮ ਗੁਣ ਹੈ, ਤੇ ਕਿਸੇ ਦੀ ਪਾਲਣ ਪੋਸ਼ਣ ਕਰਨੀ ਉਹ ਗੁਰੂ ਪਿਆਰਿਓ ਸਤ ਗੁਣ ਹੈ। ਇਹਨੂੰ ਜੇ ਵਿਕਾਰਾਂ ਦੀ ਦੁਨੀਆ ਵਿੱਚ ਦੇਖਣਾ ਹੈ, ਇੱਕ ਗੁਰੂ ਪਿਆਰਿਓ ਹੈ ਕ੍ਰੋਧ। ਜਿਹੜਾ ਤਮ ਗੁਣ ਹੈ ਇਹ ਕ੍ਰੋਧ ਹੈ। ਕਾਮ ਜਿਹੜਾ ਹੈ ਇਹ ਰਜ ਗੁਣ ਹੈ। ਰਜ ਗੁਣ ਕਾਮ ਦਾ ਗੁਣ ਹੈ, ਤਮ ਗੁਣ ਕ੍ਰੋਧ ਦਾ ਗੁਣ ਹੈ ਗੁਰੂ ਪਿਆਰਿਓ। ਤੇ ਜਿਹੜਾ ਸਤ ਗੁਣ ਦਾ ਗੁਣ ਹੈ, ਇਸ ਨੂੰ ਅਸੀਂ ਪਵਨ ਵੀ ਕਹਿ ਦਿੰਨੇ ਆ। ਜਿਹੜਾ ਸਤ ਗੁਣ ਹੈ ਗੁਰੂ ਪਿਆਰਿਓ, ਇਹ ਮੋਹ ਹੈ। ਇਹ ਸਤ ਗੁਣ ਦੇ ਵਿੱਚ, ਮੋਹ ਦੇ ਵਿੱਚ ਗੁਰੂ ਪਿਆਰਿਓ ਜੀਵ ਹੈ ਆਪਣੇ ਬੱਚਿਆਂ ਦੇ ਨਾਲ ਲਗਾਵ ਲੱਗ ਜਾਂਦਾ ਹੈ। ਇਹ ਲਗਾਵ ਦੇ ਕਾਰਨ ਹੀ ਬੱਚਿਆਂ ਨਾਲ ਮੋਹ ਪਾਉਂਦੇ ਨੇ ਜੀਵ। ਇਸ ਮੋਹ ਦੇ ਕਾਰਨ ਉਹ ਆਪਣੇ ਬੱਚਿਆਂ ਦੀ ਪਾਲਣ ਪੋਸ਼ਣ ਕਰਦੇ ਨੇ। ਇਹ ਤਿੰਨ ਹੀ ਗੁਣ ਨੇ ਅਸਲ ਦੇ ਵਿੱਚ, ਰਜ ਗੁਣ, ਤਮ ਗੁਣ ਤੇ ਸਤ ਗੁਣ। ਇਹਨੂੰ ਤੁਸੀਂ ਬ੍ਰਹਮਾ ਬਿਸ਼ਨ ਮਹੇਸ਼ ਕਹਿ ਲੋ, ਇਹਨੂੰ ਹੀ ਤੁਸੀਂ ਬੇਸ਼ੱਕ ਪਵਨ ਪਾਣੀ ਬੈਸੰਤਰ ਕਹਿ ਲੋ। ਅਸਲ ਵਿੱਚ ਜੀਵ ਦਾ ਜਿਹੜਾ ਰਜ ਹੈ, ਰਜ ਭਾਵ ਪਵਨ, ਜਿਹੜੀ ਰਜ ਭਾਵ ਪਾਣੀ, ਜਿਹੜਾ ਪਾਣੀ ਹੈ ਉਹ ਜੀਵ ਦਾ ਮੁੱਢ ਹੈ। ਅਸੀਂ ਰੋਜ਼ ਪੜ੍ਹਦੇ ਹਾਂ, ਸਾਚੇ ਤੇ ਪਵਨਾ ਭਇਆ, ਪਵਣੇ ਤੇ ਜਲ ਹੋਏ। ਸੱਚੇ ਪਰਮੇਸ਼ਰ ਨੇ ਸਾਰਿਆਂ ਤੋਂ ਪਹਿਲਾਂ ਪਵਨ ਬਣਾਈ ਹੈ। ਸਾਚੇ ਤੇ ਪਵਨਾ ਭਇਆ, ਪਵਣੇ ਤੇ ਜਲ ਹੋਏ। ਜੋ ਗੁਰੂ ਪਿਆਰਿਓ ਜਲ ਹੈ, ਜਲ ਰਜ ਗੁਣ ਹੈ। ਜਲ ਨੇ ਸ੍ਰਿਸ਼ਟੀ ਦਾ ਨਿਰਮਾਣ ਕਰਵਾ ਦਿੱਤਾ। ਸਾਚੇ ਤੇ ਪਵਨਾ ਭਇਆ, ਪਵਣੇ ਤੇ ਜਲ ਹੋਏ। ਜਲ ਨੇ ਸ੍ਰਿਸ਼ਟੀ ਦਾ ਨਿਰਮਾਣ ਕਰਵਾ ਦਿੱਤਾ ਹੈ, ਸਾਰੀ ਸ੍ਰਿਸ਼ਟੀ ਦਾ। ਸਾਚੇ ਤੇ ਪਵਨਾ ਭਇਆ, ਪਵਣੇ ਤੇ ਜਲ ਹੋਏ। ਜਲ ਤੇ ਤ੍ਰਿਭਵਨ ਸਾਜਿਆ, ਘਟ ਘਟ ਜੋਤ ਸਮੋਏ। ਇੱਕ ਹੈ ਗਿਆ ਰਜ ਗੁਣ ਪਾਣੀ। ਤਮ ਗੁਣ ਗੁਰੂ ਪਿਆਰੋ ਕੀ ਹੈ? ਅਗਨੀ। ਤਮ ਗੁਣ ਅਗਨੀ ਹੈ। ਤੇ ਗੁਰੂ ਪਿਆਰੋ ਜਿਹੜਾ ਸਤ ਗੁਣ ਹੈ ਉਹ ਹਵਾ ਦਾ ਗੁਣ ਹੈ, ਵਿਸਥਾਰ ਕਰਨਾ, ਸਾਰੇ ਜੀਵਾਂ ਨੂੰ ਪਾਲਣ ਪੋਸ਼ਣ ਕਰਨੀ। ਇਹਨੂੰ ਤੁਸੀਂ ਮੋਹ ਕਹਿ ਲੋ, ਇਹਨੂੰ ਤੁਸੀਂ ਪਾਣੀ ਕਹਿ ਲੋ, ਇਸ ਨੂੰ ਗੁਰੂ ਪਿਆਰੋ ਵਿਸ਼ਨੂੰ ਕਹਿ ਲੋ। ਇਹਦੇ ਵਿੱਚ ਕੋਈ ਭੇਦ ਨਹੀਂ ਹੈ, ਇਹ ਸਾਰੇ ਇੱਕ ਹੀ ਹਨ। ਬੱਚੇ ਨੂੰ ਸਮਝਾਉਣਾ ਹੋਵੇ ਤਾਂ ਬ੍ਰਹਮਾ ਵਿਸ਼ਨੂੰ ਮਹੇਸ਼ ਕਹਿ ਸਕਦੇ ਆ। ਕਿਸੇ ਵਿਦਵਾਨ ਨੂੰ ਸਮਝਾਉਣਾ ਹੋਵੇ ਤਾਂ ਗੁਰੂ ਪਿਆਰਿਓ ਤੁਸੀਂ ਰਜ ਗੁਣ, ਤਮ ਗੁਣ, ਸਤ ਗੁਣ ਕਹਿ ਸਕਦੇ ਆ। ਜੇਕਰ ਕਿਸੇ ਵਿਗਿਆਨਿਕ ਦੁਨਿਆਵੀ ਜਿਹੜੇ ਅੱਜ ਦੇ ਵਿਗਿਆਨਿਕ ਨੇ ਉਹਨਾਂ ਨੂੰ ਸਮਝਾਉਣਾ ਹੋਵੇ, ਨਿਊਟਰੋਨ, ਪ੍ਰੋਟੋਨ, ਇਲੈਕਟ੍ਰੋਨ ਕਹਿ ਸਕਦੇ ਆ। ਇਹ ਤਿੰਨ ਹੀ ਗੁਣ ਨੇ, ਇਹ ਮਾਇਆ ਦੇ ਤਿੰਨ ਗੁਣ ਨੇ। ਇਹ ਤਿੰਨਾਂ ਗੁਣਾਂ ਦਾ ਹੀ ਸਾਰੇ ਜਗਤ ਵਿੱਚ ਪਸਾਰਾ ਹੈ। ਜਿਹੜੀ ਹਵਾ ਹੈ ਇਹ ਸਤ ਗੁਣ ਦੇ ਵਿੱਚ ਆ ਜਾਂਦੀ ਹੈ। ਹਵਾ ਦਾ ਕੰਮ ਕੀ ਹੈ? ਜਿਹੜਾ ਪਾਣੀ ਹੈ, ਪਾਣੀ ਨੇ ਵਿਸਥਾਰ ਕਰ ਦਿੱਤਾ, ਕਿਉਂਕਿ ਅਸੀਂ ਪਾਣੀ ਤੋਂ ਹੀ ਸਾਰੇ ਪੈਦਾ ਹੋਏ ਹਾਂ। ਪਾਣੀ ਨੇ ਵਿਸਥਾਰ ਕਰ ਦਿੱਤਾ, ਅਗਨੀ ਨੇ ਨਾਸ਼ ਕਰ ਦਿੱਤਾ। ਕ੍ਰੋਧ ਆ ਉਹ ਵੀ ਅਸੀਂ ਕਹਿ ਦਿੰਦੇ ਹਾਂ ਵਿਕਾਰਾਂ ਦੀ ਦੁਨੀਆ ਵਿੱਚ ਜੇ ਦੇਖਣਾ ਤਾਂ ਕ੍ਰੋਧ ਕਹਿਤਾ ਗੁਰੂ ਪਿਆਰਿਓ। ਜਿਹੜਾ ਕ੍ਰੋਧ ਹੈ ਅਸੀਂ ਤਦੇ ਕਹਿ ਦਿੰਦੇ ਹਾਂ ਕਿ ਜਿਹੜੀ ਸ਼ਿਵ ਜੀ ਨੇ ਜਦੋਂ ਤੀਜੀ ਅੱਖ ਖੋਲੀ ਤਾਂ ਸਾਰਾ ਕੁਝ ਨਾਸ਼ ਕਰ ਦੂਗਾ।
ਭਾਵ ਜਦੋਂ ਮਨੁੱਖ ਤੇ ਕ੍ਰੋਧ ਹਾਵੀ ਹੁੰਦਾ, ਕ੍ਰੋਧ ਨਾਸ਼ ਕਰਦਾ ਹੈ। ਆਪਣਾ ਨੁਕਸਾਨ, ਆਪਣੇ ਪਰਿਵਾਰ ਦਾ ਨੁਕਸਾਨ ਹੋ ਜਾਂਦਾ ਹੈ ਕ੍ਰੋਧ ਦੇ ਵਿੱਚ। ਤੇ ਜਦੋਂ ਕਾਮ ਆਉਂਦਾ ਹੈ, ਕਾਮ ਦੇ ਨਾਲ ਗੁਰੂ ਪਿਆਰਿਓ ਜੀਵ ਉਤਪੰਨ ਹੁੰਦੇ ਆ। ਤੇ ਗੁਰੂ ਪਿਆਰਿਓ ਜਦੋਂ ਮੋਹ ਆ, ਮੋਹ ਦੇ ਨਾਲ ਜੀਵਾਂ ਦੀ ਪਾਲਣਾ ਹੁੰਦੀ ਹੈ। ਤਿੰਨ ਗੁਣ ਨੇ ਮਾਇਆ ਦੇ ਏਕਾ, ਮਾਈ ਜੁਗਤ ਵਿਆਹੀ। ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ, ਕਲਾਏ ਦੀ ਬਾਣ। ਗੁਰੂ ਪਿਆਰਿਓ ਸਾਰੀ ਜਿਹੜੀ ਖੇਡ ਹੈ ਪਰਮੇਸ਼ਰ ਦੇ ਹੁਕਮ ਦੇ ਵਿੱਚ ਹੈ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ। ਦੁਈ ਕੁਦਰਤ ਸਾਜੀਏ, ਕਰ ਆਸਨ ਡਿਠੋ ਚਾਓ। ਦੂਸਰੇ ਨੰਬਰ ਤੇ ਪਰਮੇਸ਼ਰ ਨੇ ਇਹ ਜਿਹੜੀ ਕੁਦਰਤ ਹੈ, ਕੁਦਰਤ ਬਣਾ ਕੇ ਇਹ ਸਾਰੀ ਪਰਮੇਸ਼ਰ ਖੇਡ ਦੇਖ ਰਿਹਾ ਹੈ। ਸਾਡਾ ਕੰਮ ਕੀ ਹੈ? ਇਹ ਅਸੀਂ ਖੇਡ ਤੋਂ ਬਚਣਾ ਕਿੱਦਾਂ ਹੈ? ਇਸ ਸ਼ਬਦ ਵਿੱਚ ਮੇਰੇ ਸਤਿਗੁਰੂ ਨੇ ਇਸ ਦੀ ਮੈਨੂੰ ਸੋਝੀ ਦੇ ਦਿੱਤੀ ਹੈ ਕਿ ਅਸਲ ਵਿੱਚ ਮੈਂ ਇਸ ਖੇਡ ਦੇ ਵਿੱਚੋਂ ਬਚ ਕਿੱਦਾਂ ਸਕਦਾ, ਕਿਸ ਤਰੀਕੇ ਦੇ ਨਾਲ ਇਹ ਮੇਰਾ ਬਚਾਅ ਹੋ ਸਕਦਾ ਹੈ। ਮੋਕੋ ਸਤਿਗੁਰ ਸ਼ਬਦ ਬੁਝਾਇਓ ਰਹਾਉ। ਨੌਖੰਡ ਪ੍ਰਿਥਵੀ ਇਸ ਤਨ ਮਹਿ ਰਵਿਆ, ਨਿਮਖ ਨਿਮਖ ਨਮਸਕਾਰਾ। ਨੌਖੰਡ ਪ੍ਰਿਥਵੀ ਇਸ ਤਨ ਮਹਿ ਰਵਿਆ। ਪਾਤਸ਼ਾਹ ਜੀ ਕਹਿੰਦੇ ਨੇ ਨੌਖੰਡ ਪ੍ਰਿਥਵੀ ਇਸ ਤਨ ਮੈਂ ਰਵਿਆ, ਤੁਹਾਡੇ ਸਰੀਰ ਦੇ ਅੰਦਰ ਹੈ। ਨਿਮਖ ਨਿਮਖ ਨਮਸਕਾਰਾ। ਗੁਰੂ ਨੇ ਮੈਨੂੰ ਸਮਝਾ ਦਿੱਤਾ ਕਿ ਤੇਰੇ ਅੰਦਰ ਹੈ ਪਰਮੇਸ਼ਰ, ਸਭ ਕਿਛ ਘਰ ਮੈਂ, ਬਾਹਰ ਨਾਹੀ, ਬਾਹਰ ਟੋਲੇ ਸੋ ਭਰਮ ਭੁਲਾਹੀ। ਜੇ ਤੂੰ ਪਰਮੇਸ਼ਰ ਨੂੰ ਬਾਹਰ ਲੱਭੇਂਗਾ ਤੇ ਤੂੰ ਭਰਮ ਦੇ ਵਿੱਚ ਪੈ ਜਾਵੇਂਗਾ। ਆਪਣੇ ਸਰੀਰ ਦੀ ਖੋਜ ਕਰਨੀ ਹੈ, ਆਪਣੇ ਅੰਦਰ ਦੀ ਖੋਜ ਕਰਨੀ ਹੈ। ਕਾਇਓ ਦੇਵਾ, ਕਾਇਓ ਦੇਵਲ, ਕਾਇਓ ਜੰਗਮ ਜਾਤੀ। ਮੇਰੇ ਵਾਸਤੇ ਦੇਵਤੇ ਦੀ ਪੂਜਾ ਕਰਨੀ, ਭਾਵ ਮੈਂ ਆਪਣੇ ਸਰੀਰ ਦੀ ਖੋਜ ਕਰਾਂ ਹੀ ਮੇਰੇ ਵਾਸਤੇ ਦੇਵਤੇ ਦੀ ਪੂਜਾ ਕਰਨੀ ਹੈ। ਕਾਇਓ ਦੇਵਾ, ਕਾਇਓ ਦੇਵਲ, ਕਾਇਓ ਜੰਗਮ ਜਾਤੀ। ਤੀਰਥਾਂ ਦੇ ਜਾਵਾਂ ਮੈਂ, ਕਾਇਓ ਧੂਪ ਦੀਪ ਨਹੀਂ ਬੇਦੀ, ਕਾਇਓ ਪੂਜੋ ਪਾਤੀ। ਕਾਇਆ ਬਹੁ ਖੰਡ ਖੋਜ ਤੇ ਨਵ ਨਿਧ ਪਾਈ। ਕਾਇਆ ਬਹੁ ਖੰਡ ਖੋਜ ਤੇ ਨਵ ਨਿਧ ਪਾਈ। ਇਸ ਸ਼ਬਦ ਵਿੱਚ ਵੀ ਪਾਤਸ਼ਾਹ ਜੀ ਨੇ ਆਖਿਆ ਨੌ ਖੰਡ ਪ੍ਰਿਥਵੀ ਇਸ ਤਨ ਮਹਿ ਰਵਿਆ। ਕਾਇਆ ਬਹੁ ਖੰਡ ਖੋਜ ਤੇ ਨਵ ਨਿਧ ਪਾਈ। ਇਹ ਸਾਰਾ ਕੁਝ, ਸਾਰੀ ਖੇਡ ਮਨੁੱਖ ਤੇਰੇ ਸਰੀਰ ਦੇ ਅੰਦਰ ਦੀ ਹੈ। ਸਭ ਕਿਛ ਘਰ ਮੈਂ, ਬਾਹਰ ਨਾਹੀ, ਬਾਹਰ ਟੋਲੇ ਸੋ ਭਰਮ ਭੁਲਾਹੀ। ਆਪਣੇ ਸਰੀਰ ਦੀ ਖੋਜ ਕਰ, ਆਪਣੇ ਸਰੀਰ ਦੀ ਖੋਜ ਕਰ, ਤੈਨੂੰ ਅੰਦਰੋਂ ਇੰਨਾ ਕੁਝ ਪਤਾ ਲੱਗੂਗਾ। ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਆ ਕੇ, ਪਾਤਸ਼ਾਹ ਜੀ ਸਾਨੂੰ ਜੋਗੀ ਕਹਿੰਦੇ ਆ, ਇਹ ਕਹਿੰਦੇ ਆ ਕਿ ਤੁਸੀਂ ਸਵੇਰੇ ਗੁਰੂ ਘਰ ਚਲੇ ਜਾਂਦੇ ਹੋ, ਸ਼ਾਮ ਨੂੰ ਗੁਰੂ ਘਰ ਚਲੇ ਜਾਂਦੇ ਹੋ, ਥੋੜਾ ਚਿਰ ਸੇਵਾ ਕਰਦੇ ਹੋ, ਤੁਹਾਨੂੰ ਇੰਨਾ ਫਲ ਨਹੀਂ ਮਿਲ ਸਕਦਾ। ਪਾਤਸ਼ਾਹ ਜੀ ਕਹਿਣ ਲੱਗੇ ਕਿ ਭਾਈ ਸਿੱਖੋ ਬਚਨ ਸੁਣੋ। ਸਿੱਖਾਂ ਨੇ ਬੇਨਤੀ ਕਰ ਦਿੱਤੀ। ਸਿੱਖ ਕਹਿਣ ਲੱਗੇ ਕਿ ਸਾਨੂੰ ਜੋਗੀ ਸਮਝਾਉਂਦੇ ਆ ਕਿ ਤੁਸੀਂ ਸਵੇਰੇ ਜਾਂਦੇ ਹੋ, ਸ਼ਾਮ ਨੂੰ ਜਾਂਦੇ ਹੋ, ਅਸੀਂ ਸਾਰਾ ਦਿਨ ਤਪ ਕਰਦੇ ਆਂ, ਜਪ ਕਰਦੇ ਆਂ, ਔਖੇ ਤਪ ਕਰਦੇ ਆਂ। ਉਹ ਸਾਨੂੰ ਲੋਜਿਕ ਸਮਝਾਉਂਦੇ ਆ ਕਿ ਜਿੰਨਾ ਕੋਈ ਤਪ ਕਰੂਗਾ, ਜਿੰਨੀ ਕੋਈ ਮਿਹਨਤ ਕਰੂਗਾ, ਉਹਨੂੰ ਉਨਾ ਹੀ ਫਲ ਮਿਲਦਾ ਹੈ। ਪਾਤਸ਼ਾਹ ਜੀ ਕੀ ਇਹ ਸਹੀ ਹੈ ਕਿ ਜਿੰਨਾ ਕੋਈ ਮਿਹਨਤ ਕਰੂਗਾ ਉਹਨੂੰ ਉਨਾ ਹੀ ਫਲ ਮਿਲੂਗਾ? ਤਾਂ ਅੱਗਿਓਂ ਗੁਰੂ ਪਿਆਰਿਓ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ। ਪਾਤਸ਼ਾਹ ਜੀ ਕਹਿੰਦੇ ਕਿ ਇੱਕ ਲੱਕੜਹਾਰਾ ਸਾਰਾ ਦਿਨ ਲੱਕੜੀਆਂ ਵੱਢਦਾ ਹੈ। ਉਸ ਲੱਕੜੀਆਂ ਵੱਢਣ ਦੇ ਬਦਲੇ ਜਦੋਂ ਲੱਕੜੀਆਂ ਵੇਚਦਾ ਹੈ, ਉਹਨੂੰ ਕੁਝ ਕੁ ਮਾਇਆ ਉਹਨੂੰ ਮਿਲ ਜਾਂਦੀ ਹੈ। ਉਹ ਜੇਬ 'ਚ ਪਾ ਕੇ ਮਾਇਆ ਘਰੇ ਲੈ ਜਾਂਦਾ ਹੈ। ਦੂਜੇ ਨੰਬਰ ਤੇ ਜੋ ਕਿਸਾਨ ਹੈ, ਕਿਸਾਨ ਕਿੰਨੀ ਮਿਹਨਤ ਕਰਦੇ ਨੇ, ਸਾਰਾ ਦਿਨ ਮਿਹਨਤ ਕਰਦੇ ਨੇ ਗੁਰੂ ਪਿਆਰਿਓ। ਉਹ ਆਪਣੇ ਗੱਡੇ ਭਰ ਭਰ ਕੇ ਅੰਨ ਵੇਚਦੇ ਨੇ ਤੇ ਗੁਰੂ ਪਿਆਰਿਓ ਉਹਨਾਂ ਨੂੰ ਥੋੜਾ ਜਿਹਾ ਧਨ ਮਿਲ ਜਾਂਦਾ ਹੈ। ਤੇ ਇਹਨਾਂ ਤੋਂ ਜਿਹੜਾ ਉੱਪਰ ਆ ਗਿਆ ਉਹ ਕਰਿਆਨੇ ਵਾਲਾ ਆ ਗਿਆ, ਜਿਹੜਾ ਕੋਈ ਕਰਿਆਨੇ ਦੀ ਦੁਕਾਨ ਕਰਦਾ ਹੈ। ਜਿਸ ਨੇ ਕਰਿਆਨੇ ਦੀ ਦੁਕਾਨ ਕੀਤੀ ਹੈ
ਉਸਨੇ ਐਨੀ ਮਿਹਨਤ ਨਹੀਂ ਕੀਤੀ ਜਿੰਨੀ ਮਿਹਨਤ ਲੱਕੜਹਾਰੇ ਨੇ ਕੀਤੀ ਹੈ, ਜਿੰਨੀ ਮਿਹਨਤ ਕਿਸਾਨ ਨੇ ਕੀਤੀ ਹੈ। ਉਸਨੇ ਦੁਕਾਨ ਖੋਲੀ, ਸੌਦਾ ਵੇਚਿਆ ਤੇ ਕਿਸਾਨ ਅਤੇ ਲੱਕੜਹਾਰੇ ਤੋਂ ਜ਼ਿਆਦਾ ਪੈਸੇ ਖੱਟ ਕੇ ਲੈ ਗਿਆ। ਤੇ ਇਸ ਤੋਂ ਉੱਪਰ ਬਜਾਜੀ ਵਾਲਾ ਆ ਗਿਆ, ਜੋ ਬਜਾਜੀ ਦਾ ਕੰਮ ਕਰਦਾ ਹੈ। ਬਜਾਜੀ ਵਾਲਾ ਸਵੇਰੇ ਆਇਆ ਸਾਫ ਸੁਥਰੇ ਕੱਪੜੇ ਪਾ ਕੇ, ਉਸਨੇ ਕੱਪੜੇ ਵੇਚੇ ਤੇ ਚਲਾ ਗਿਆ, ਪਰ ਜਿਹੜਾ ਧਨ ਹੈ ਉਹ ਇਹਨਾਂ ਤਿੰਨਾਂ ਤੋਂ ਜ਼ਿਆਦਾ ਕਮਾ ਕੇ ਲੈ ਗਿਆ। ਕੱਪੜੇ ਦੇ ਵਿੱਚ ਉਸਨੇ ਪੈਸੇ ਜ਼ਿਆਦਾ ਕਮਾ ਲਏ, ਉਹ ਕਰਿਆਨੇ ਤੋਂ ਵੀ ਜ਼ਿਆਦਾ, ਲੱਕੜਹਾਰੇ ਤੋਂ ਵੀ ਜ਼ਿਆਦਾ, ਉਹ ਕਿਸਾਨ ਤੋਂ ਵੀ ਜ਼ਿਆਦਾ। ਚੌਥਾ ਗੁਰੂ ਸਾਹਿਬ ਕਹਿੰਦੇ ਆਇਆ ਦੁਕਾਨ ਦੇ ਵਿੱਚ ਇੱਕ ਸੁਨਿਆਰਾ ਆਇਆ। ਸੁਨਿਆਰੇ ਨੇ ਕੀ ਕੀਤਾ? ਸੁਨਿਆਰਾ ਆਇਆ, ਕੋਈ ਜ਼ਿਆਦਾ ਸਖਤ ਮਿਹਨਤ ਨਹੀਂ ਕੀਤੀ ਸਰੀਰ ਦੀ, ਬਸ ਥੋੜੀ ਜੀ ਦਿਮਾਗ ਕਰਕੇ ਮਿਹਨਤ ਕੀਤੀ ਤੇ ਜਿਹੜਾ ਧਨ ਹੈ ਉਹ ਇਹਨਾਂ ਚਾਰਾਂ ਤੋਂ ਜ਼ਿਆਦਾ ਲੈ ਗਿਆ। ਪੰਜਵੇਂ ਨੰਬਰ ਤੇ ਆਇਆ ਹੀਰੇ ਵਾਲਾ। ਹੀਰੇ ਵਾਲਾ ਹੀਰੇ ਦੀ ਦੁਕਾਨ ਦੇ ਉੱਤੇ ਆਇਆ। ਉਸਨੇ ਕੀ ਕੀਤਾ? ਉਸਨੇ ਆ ਕੇ ਦੁਪਹਿਰ ਜਿਹੀ ਨੂੰ ਆ ਕੇ ਦੁਕਾਨ ਖੋਲੀ। ਜਦੋਂ ਦੁਕਾਨ ਖੋਲੀ, ਦੁਕਾਨ ਖੋਲ ਕੇ ਉਸ ਦਾ ਇੱਕ ਹੀਰਾ ਵਿਕ ਗਿਆ। ਇੱਕ ਹੀਰਾ ਵਿਕਣ ਦੀ ਦੇਰ ਸੀ, ਨੌਕਰਾਂ ਨੂੰ ਕਹਿੰਦਾ ਕਿ ਭਾਈ ਦੁਕਾਨਾਂ ਕਰ ਦੋ ਬੰਦ, ਹੁਣ ਮਹੀਨਾ 2 ਮਹੀਨੇ ਬੈਠ ਕੇ ਖਾਵਾਂਗੇ, ਹੁਣ ਕੋਈ ਥੋੜ ਨਹੀਂ ਰਹੀ, ਸਾਡਾ ਇੱਕ ਹੀਰਾ ਵਿਕ ਗਿਆ। ਤੇ ਗੁਰੂ ਪਿਆਰੋ ਦੁਕਾਨ ਬੰਦ ਕਰਕੇ ਉਹ ਸ਼ਾਮ ਨੂੰ ਘਰੇ ਚਲਿਆ ਜਾਂਦਾ ਹੈ। ਭਾਵ ਹੁਣ ਲੱਕੜਹਾਰਾ ਕਵੇ, ਹੁਣ ਲੱਕੜਾਂ ਵੱਢਣ ਵਾਲਾ ਕਵੇ ਕਿ ਛੋਟਾ ਜਿਹਾ ਤੂੰ ਕੱਚ ਵੇਚ ਕੇ ਚਲਾ ਗਿਆ ਤੇ ਪੈਸੇ ਜ਼ਿਆਦਾ ਖੱਟ ਗਿਆ, ਪਰ ਗੁਰੂ ਪਿਆਰਿਓ ਕੀ ਮੁਕਾਬਲਾ ਲੱਕੜਹਾਰੇ ਦਾ ਉਸ ਹੀਰੇ ਦੇ ਵਪਾਰੀ ਨਾਲ। ਭਾਵ ਜਿਹੜੇ ਲੋਕ ਕਰਮ ਕਾਂਡਾਂ ਦੇ ਵਿੱਚ ਪਏ ਹੋਏ ਨੇ, ਜਿਨ੍ਹਾਂ ਲੋਕਾਂ ਨੇ ਕਰਮ ਕਾਂਡਾਂ ਕਰਕੇ ਰਿੱਧੀਆਂ ਸਿੱਧੀਆਂ ਦੇ ਮਗਰ ਲੱਗ ਗਏ, ਉਹਨਾਂ ਦਾ ਸਿਰਫ ਲੋਕਾਂ ਨੂੰ ਹੀ ਭਰਮਾਉਣਾ ਇਹ ਕਾਰਜ ਸੀ। ਤੇ ਉਹਨਾਂ ਨੇ ਬਹੁਤ ਮਿਹਨਤ ਕੀਤੀ, ਬਹੁਤ ਮਿਹਨਤ ਕੀਤੀ, ਫਲ ਥੋੜਾ ਮਿਲਿਆ। ਪਰ ਜਿਹਨੂੰ ਗੁਰੂ ਨੇ ਮੱਤ ਦੇ ਦਿੱਤੀ, ਮੋਕੋ ਸਤਿਗੁਰ ਸ਼ਬਦ ਬੁਝਾਇਓ, ਜਿਹਨੂੰ ਗੁਰੂ ਨੇ ਮੱਤ ਦੇ ਦਿੱਤੀ, ਗੁਰੂ ਨੇ ਗਿਆਨ ਦੇ ਦਿੱਤਾ ਕਿ ਭਾਈ ਇਸ ਤਰੀਕੇ ਨਾਲ ਬੰਦਗੀ ਕਰ, ਪ੍ਰੇਮ ਦੇ ਵਿੱਚ ਬੰਦਗੀ ਕਰ। ਜਿਹਨੂੰ ਪ੍ਰੇਮ ਦੀ ਭਾਵਨਾ ਦੇ ਦਿੱਤੀ, ਉਸਨੇ ਥੋੜਾ ਜਿਹਾ ਜਪਿਆ, ਇੱਕ ਛਿਨ ਦੇ ਵਿੱਚ ਹੀ ਗੁਰੂ ਪਿਆਰਿਓ ਉਹਦੀ ਜਿਹੜੀ ਖੇਡ ਹੈ ਉਹ ਖੇਡ ਪ੍ਰਗਟ ਹੋ ਗਈ। ਖੇਡ ਵੀ ਐਦਾਂ ਦੀ ਪ੍ਰਗਟ ਹੋਈ, ਕਰਮ ਕਾਂਡੀ ਜਿਹੜੇ ਲੋਕ ਨੇ ਕਈ ਸਾਲ ਉਸ ਅਵਸਥਾ ਤੱਕ ਨਹੀਂ ਪਹੁੰਚ ਸਕਦੇ। ਜਿਹਨੂੰ ਸਹੀ ਮਾਰਗ ਮਿਲ ਗਿਆ, ਜਿਹਨੂੰ ਸੱਚੀ ਪ੍ਰੇਮਾ ਭਗਤੀ ਮਿਲ ਗਈ, ਉਹ ਇੱਕ ਛਿਨ ਦੇ ਵਿੱਚ ਹੀ ਉਸ ਮਾਰਗ ਤੇ ਪਹੁੰਚ ਜਾਂਦਾ ਹੈ। ਇਹੀ ਤਾਂ ਗੁਰੂ ਪਿਆਰਿਓ ਫਿਰ ਪੂਰੇ ਸਤਿਗੁਰੂ ਦੀ ਖੇਡ ਹੈ। 9 ਖੰਡ ਪ੍ਰਥਮੇ ਇਸ ਤਨ ਮੈਂ ਰਵਿਆ, ਸਮਝਾਤਾ ਗੁਰੂ ਨੇ ਇੱਥੇ ਕਿ ਪਰਮੇਸ਼ਰ ਤੇਰੇ ਅੰਦਰ ਆ, ਪਰਮੇਸ਼ਰ ਦੀ ਖੋਜ ਕਰ, ਪਰਮੇਸ਼ਰ ਤੇਰੇ ਅੰਦਰ ਆ, ਇਸ ਨੂੰ ਅੰਦਰੋਂ ਖੋਜ। ਨਿਮਖ ਨਿਮਖ ਨਮਸਕਾਰਾ, ਕਿ ਅੰਦਰੋਂ ਮੈਂ ਆਪਣੇ ਅੰਦਰ ਵਾਲੇ ਪਰਮੇਸ਼ਰ ਨੂੰ ਮੈਂ ਨਿਮਖ ਨਿਮਖ ਨਮਸਕਾਰ ਕਰਦਾ ਹਾਂ। ਘਰ ਸੁਖ ਵਸਿਆ, ਬਾਹਰ ਸੁਖ ਪਾਇਆ। ਘਰ ਆ ਸਾਡਾ ਸਰੀਰ ਰੂਪੀ ਘਰ ਹੈ, ਇਹਦੇ ਅੰਦਰ ਸੁਖ ਹੈ। ਜੇ ਤੁਹਾਨੂੰ ਅੰਦਰੋਂ ਸੁਖ ਮਿਲ ਗਿਆ ਤਾਂ ਬਾਹਰੋਂ ਸੁਖ ਮਿਲ ਜੂਗਾ। ਕਾਇਓ ਦੇਵਾ ਕਾਇਓ ਦੇਵਲ, ਕਾਇਓ ਜੰਗਮ ਜਾਤੀ, ਕਾਇਓ ਧੂਪ ਦੀਪ ਨਹੀਂ ਬੇਦਾ, ਕਾਇਓ ਪੂਜੋ ਪਾਤੀ, ਕਾਇਆ ਬਹੁ ਨਵਨਿਦ ਪਾਈ। ਨਾ ਕਛ ਆਇਬੋ ਨਾ ਕਛ ਜਾਇਬੋ, ਰਾਮ ਕੀ ਦੁਹਾਈ ਰਹਾਓ। ਅੱਗੇ ਪਾਤਸ਼ਾਹ ਨੇ ਫਰਮਾਨ ਕਰ ਦਿੱਤਾ, ਜੋ ਬ੍ਰਹਮੰਡੇ ਸੋਈ ਪਿੰਡੈ, ਜੋ ਖੋਜੈ ਸੋ ਪਾਵੈ। ਆਪਣੇ ਸਰੀਰ ਦੀ ਖੋਜ ਕਰ, ਤੈਨੂੰ ਇੰਨਾ ਗਿਆਨ ਮਿਲ ਜੂਗਾ ਕਿ ਜਿਹੜਾ ਸਾਇੰਸ ਨੂੰ ਬ੍ਰਹਮੰਡ ਵਿੱਚੋਂ ਨਹੀਂ ਮਿਲ ਸਕਿਆ। ਸਾਇੰਸ ਲੱਭਦੀ ਪਈ ਬ੍ਰਹਮੰਡ ਨੂੰ, ਸਾਇੰਸ ਗੁਰੂ ਦੀ ਗੁਰਬਾਣੀ ਦੀ ਖੋਜ ਕਰ ਲਵੇ। ਗੁਰਬਾਣੀ ਦੇ ਵਿੱਚ ਸਾਰਾ ਬ੍ਰਹਮ ਦਾ ਗਿਆਨ ਪਿਆ ਹੋਇਆ ਹੈ, ਸਾਰਾ ਜਿਤਨਾ ਵੀ ਹੈ ਖੰਡਾਂ ਬ੍ਰਹਮੰਡਾਂ ਦੀ ਸੋਝੀ ਗੁਰਬਾਣੀ ਦੇ ਰਹੀ ਹੈ ਗੁਰੂ ਪਿਆਰਿਓ। ਸਾਇੰਸ ਨੇ ਤਾਂ ਕਹਿ ਦਿੱਤਾ ਸੀ ਕਿ ਜਿਹੜਾ ਸੂਰਜ ਹੈ, ਸੂਰਜ ਰੁਕਿਆ ਹੋਇਆ ਹੈ, ਪ੍ਰਿਥਵੀ ਚੱਲ ਰਹੀ ਹੈ, ਪਰ ਗੁਰੂ ਪਿਆਰਿਓ ਸਾਇੰਸ ਨੂੰ ਅੱਜ ਪਤਾ ਲੱਗਾ ਗੁਰਬਾਣੀ ਦੇ ਵਿੱਚ ਬਿਲਕੁਲ ਸੱਚ ਹੈ ਕਿ ਸੂਰਜ ਵੀ ਪਰਮੇਸ਼ਰ ਦੇ ਭੈ ਦੇ ਵਿੱਚ ਚੱਲ ਰਿਹਾ ਹੈ। ਸੂਰਜ ਵੀ ਪਰਮੇਸ਼ਰ ਦੇ ਭੈ ਦੇ ਵਿੱਚ ਚੱਲ ਰਿਹਾ। ਇਹਦੀ ਸਪੀਡ ਬਹੁਤ ਹੌਲੀ ਹੈ, ਬੜੀ ਸਲੋ ਸਪੀਡ ਦੇ ਨਾਲ ਇਹ ਜਿਹੜਾ ਸੂਰਜ ਹੈ, ਇਹ ਸੂਰਜ ਆਪਣੀ ਜੋ ਗਤੀ ਹੈ, ਗਤੀ ਦੇ ਨਾਲ ਚੱਲਦਾ ਪਿਆ ਹੈ। 9 ਖੰਡ ਪ੍ਰਿਥਵੀ ਇਸ ਤਨ ਮੈਂ ਰਵਿਆ, ਨਿਮਖ ਨਿਮਖ ਨਮਸਕਾਰਾ। ਸਾਰੀ ਖੇਡ ਸਰੀਰ ਵਿੱਚੋਂ ਹੀ ਪਤਾ ਲੱਗ ਗਈ, ਸਰੀਰ ਦੀ ਖੋਜ ਵਿੱਚੋਂ ਹੀ ਇਸ ਦੀ ਖੇਡ ਦਾ ਪਤਾ ਲੱਗ ਗਿਆ ਹੈ। ਦੇਖਿਆ ਗੁਰ ਕੀ ਮੁੰਦਰਾ ਕਾਨੀ,
ਦ੍ਰਿੜਿਓ ਏਕ ਨਿਰੰਕਾਰਾ। ਦਿਖਿਆ ਗੁਰ ਕੀ ਮੁੰਦਰਾ ਕਾਨੀ, ਦ੍ਰਿੜਿਓ ਏਕ ਨਿਰੰਕਾਰਾ। ਗੁਰੂ ਦਾ ਜਿਹੜਾ ਗਿਆਨ ਹੈ, ਗੁਰੂ ਦਾ ਉਪਦੇਸ਼ ਹੈ, ਜਦੋਂ ਮੈਂ ਕੰਨਾਂ ਨਾਲ ਸੁਣਿਆ, ਦਿਖਿਆ ਗੁਰ ਕੀ ਮੁੰਦਰਾ ਕਾਨੀ, ਦ੍ਰਿੜਿਓ ਏਕ ਨਿਰੰਕਾਰਾ। ਇੱਕ ਨਿਰੰਕਾਰ ਹੀ ਮੈਂ ਦ੍ਰਿੜ ਕੀਤਾ ਹੈ। ਆਦੇਸ ਤਿਸੈ ਆਦੇਸ, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਜਾਗਤ ਜੋਤ ਜਪੈ ਨਿਸਵਾਸੁਰ, ਏਕ ਬਿਨਾ ਮਨ ਨੇਕ ਨ ਆਨੈ। ਪੂਰਨ ਪ੍ਰੇਮ ਪ੍ਰਤੀਤ ਸਜੈ, ਬ੍ਰਤ ਗੌੜ ਮੜੀ ਮਟ ਭੂਲ ਨਾ ਮਾਨੈ। ਗੁਰੂ ਕਾ ਖਾਲਸਾ ਮੜੀਆਂ ਮਸੀਤਾਂ ਨੂੰ ਭੁੱਲ ਕੇ ਵੀ ਮੰਨੇ ਨਾ। ਦਿਖਿਆ ਗੁਰ ਕੀ ਮੁੰਦਰਾ ਕਾਨੀ, ਗੁਰੂ ਕਾ ਜਿਹੜਾ ਉਪਦੇਸ਼ ਆ ਮੇਰੇ ਵਾਸਤੇ ਕੰਨਾਂ ਦੇ ਵਿੱਚ ਮੁੰਦਰਾ ਹਨ। ਮੈਂ ਗੁਰੂ ਦਾ ਉਪਦੇਸ਼ ਸੁਣ ਕੇ ਮੰਨ ਲਿਆ, ਇਹੀ ਮੇਰੇ ਵਾਸਤੇ ਕੰਨਾਂ ਵਿੱਚ ਪਾਈਆਂ ਮੁੰਦਰਾ ਹਨ। ਦ੍ਰਿੜਿਓ ਏਕ ਨਿਰੰਕਾਰਾ, ਜਿਸ ਨੇ ਇੱਕ ਪਰਮੇਸ਼ਰ ਦੀ ਜਿਹੜੀ ਸੋਝੀ ਹੈ ਉਹ ਸੋਝੀ ਕਰਵਾ ਦਿੱਤੀ ਹੈ। ਪੰਚ ਚੇਲੇ ਮਿਲ ਭਏ ਇਕਤਰਾ, ਏਕਸ ਕੈ ਵਸ ਕੀਏ। ਪੰਜ ਚੇਲੇ ਮਿਲ ਭਏ ਇਕਤਰਾ। ਜਿਹੜੇ ਪੰਜ ਚੇਲੇ ਨੇ, ਜਿਹੜੇ ਮੈਨੂੰ ਪਹਿਲਾਂ ਤੰਗ ਕਰਦੇ ਰਹੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਪਹਿਲਾਂ ਜੀਵ ਨੂੰ ਬੜਾ ਸਤਾਇਆ ਇਹਨਾਂ ਨੇ, ਬੜਾ ਜੀਵ ਨੂੰ ਤੰਗ ਕੀਤਾ। ਪੰਜ ਚੇਲੇ ਮਿਲ ਭਏ ਇਕਤਰਾ, ਇਹ ਹੁਣ ਇੱਕ ਮਨ ਦੇ ਅਧੀਨ ਹੋ ਗਏ ਹਨ। ਹੁਣ ਮੈਨੂੰ ਆਪਣੇ ਮਗਰ ਨਹੀਂ ਲਾਉਂਦੇ। ਏਕਸ ਕੈ ਵਸ ਕੀਏ, ਇਹ ਹੁਣ ਮਨ ਦੇ ਅਧੀਨ ਹੋ ਗਏ ਹਨ। ਹੁਣ ਜਿਹੜੇ ਵਿਕਾਰ ਨੇ, ਵਿਕਾਰ ਮੈਨੂੰ ਆਪਣੇ ਮਗਰ ਨਹੀਂ ਲਾ ਰਹੇ, ਇਹ ਮੇਰੇ ਅਧੀਨ ਹੋ ਗਏ ਨੇ। ਇੱਕ ਗੁਰੂ ਪਿਆਰਿਓ, ਇੱਕ ਇਤਿਹਾਸ ਦੇ ਵਿੱਚ ਜ਼ਿਕਰ ਮਿਲਦਾ ਹੈ ਕਿ ਜਿਸ ਤਰੀਕੇ ਦੇ ਨਾਲ ਇੱਕ ਸੂਫੀ ਸੰਤ ਦੇ 3 ਸਵਾਲ ਸੀ, ਉਹ 3 ਸਵਾਲਾਂ ਦੇ ਜਵਾਬ ਉਹਨੂੰ ਕਿਤਿਓਂ ਵੀ ਨਹੀਂ ਮਿਲੇ। ਉਸਨੇ ਕਾਫੀ ਵਿਦਵਾਨ, ਕਾਫੀ ਕਥਾਵਾਚਕਾਂ ਦੇ ਕੋਲੋਂ, ਕਾਫੀ ਚੋਟੀ ਦੇ ਵਿਦਵਾਨਾਂ ਕੋਲੋਂ ਜਾ ਕੇ ਪੁੱਛਿਆ, ਪਰ ਉਹਨੂੰ ਅੱਖਰੀ ਅਰਥ ਤਾਂ ਉਹ ਦੱਸ ਦਿੰਦੇ ਸਨ, ਪਰ ਆਤਮਾ ਨੂੰ ਸ਼ਾਂਤੀ ਦੇਣ ਵਾਲਾ ਜੋ ਗਿਆਨ ਹੈ, ਉਹ ਗਿਆਨ ਉਹਨੂੰ ਮਿਲਿਆ ਨਹੀਂ ਕਿ ਜਿਸ ਦੇ ਨਾਲ ਉਸ ਦੀ ਆਤਮਾ ਸ਼ਾਂਤ ਹੋ ਸਕੇ। ਇਹ ਹੋ ਤਾਂ ਸਕਦਾ ਸੀ ਜਦੋਂ ਗੁਰੂ ਪਿਆਰਿਓ ਪੰਜ ਚੇਲੇ ਮਿਲ ਭਏ ਇਕਤਰਾ, ਏਕਸ ਕੈ ਵਸ ਕੀਏ, ਜਿਸ ਨੇ ਆਪਣੇ 5 ਵਿਕਾਰ ਆਪਣੇ ਕਾਬੂ ਕਰ ਲਏ। ਜਦੋਂ ਉਹਨੇ ਦੱਸਣਾ ਸੀ ਉਦੋਂ ਮਨ ਨੂੰ ਸ਼ਾਂਤੀ ਆ ਜਾਣੀ ਸੀ, ਐਨੀ ਖੇਡ ਸੀ ਸਾਰੀ। ਉਹਨੂੰ ਦੱਸਿਆ ਕਿਸੇ ਨੇ ਕਿ ਰਾਜੇ ਨੇ ਇੱਕ ਸੰਤ ਨੂੰ ਕੈਦ ਕੀਤਾ ਹੋਇਆ ਹੈ, ਉਸ ਦੇ ਕੋਲ ਤੈਨੂੰ ਇਹਨਾਂ ਸਵਾਲਾਂ ਦੇ ਜਵਾਬ ਮਿਲ ਸਕਦੇ ਨੇ, ਪਰ ਤੈਨੂੰ ਅੱਜ ਹੀ ਜਾਣਾ ਪਊਗਾ, ਕਿਉਂਕਿ ਕੱਲ ਨੂੰ ਉਸ ਨੂੰ ਸ਼ਹੀਦ ਕਰ ਦੇਣਾ ਹੈ, ਕੱਲ ਨੂੰ ਉਸ ਦਾ ਕਤਲ ਕਰ ਦੇਣਾ ਹੈ ਕਤਲਗਾਹ ਦੇ ਵਿੱਚ। ਗੁਰੂ ਪਿਆਰਿਓ, ਉਸਨੇ ਪ੍ਰਜਾ ਨਾਲ ਗੱਲ ਕੀਤੀ, ਮੋਹਤਵਾਰਾਂ ਨਾਲ ਗੱਲ ਕੀਤੀ। ਪ੍ਰਜਾ ਵਾਲੇ ਰਾਜੇ ਨਾਲ ਜਾ ਕੇ ਮਿਲਦੇ ਨੇ, ਉਹਨਾਂ ਨੇ ਰਾਜੇ ਨੂੰ ਬੇਨਤੀ ਕੀਤੀ, ਰਾਜੇ ਨੇ ਸਮਾਂ ਦੇ ਦਿੱਤਾ, ਤੂੰ ਉਸ ਨੂੰ ਜਾ ਕੇ ਮਿਲ ਸਕਦਾ ਹੈ। ਉਸ ਨੂੰ ਜਾ ਕੇ ਮਿਲੇ ਗੁਰੂ ਪਿਆਰਿਓ, ਉਸ ਸੰਤ ਨੂੰ ਜਾ ਕੇ ਮਿਲੇ ਤੇ ਉਸ ਦੇ ਅੱਗੇ ਇਹ 3 ਸਵਾਲ ਰੱਖ ਦਿੱਤੇ ਕਿ ਇਹ ਮੇਰੇ 3 ਸਵਾਲ ਨੇ ਕਿ ਦਾਨ ਦੀ ਹੱਦ ਕੀ ਹੈ, ਤਿਆਗ ਦੀ ਹੱਦ ਕੀ ਹੈ, ਪ੍ਰੇਮ ਦੀ ਹੱਦ ਕੀ ਹੈ। ਇਹ 3 ਸਵਾਲ ਨੇ। ਪਹਿਲਾ ਸਵਾਲ ਦਾਨ ਦੀ ਹੱਦ ਕੀ ਹੈ, ਦੂਜਾ ਤਿਆਗ ਦੀ ਹੱਦ ਕੀ ਹੈ, ਤੀਜਾ ਪ੍ਰੇਮ ਦੀ ਹੱਦ ਕੀ ਹੈ। ਮੈਨੂੰ ਇਹਨਾਂ 3 ਸਵਾਲਾਂ ਦਾ ਜਵਾਬ ਕਿਤਿਓਂ ਵੀ ਮਿਲਿਆ ਨਹੀਂ। ਵਿਦਵਾਨਾਂ ਨੇ, ਕਥਾਵਾਚਕਾਂ ਨੇ ਦੱਸਿਆ ਜ਼ਰੂਰ ਹੈ, ਪਰ ਮੇਰੇ ਮਨ ਨੂੰ ਸ਼ਾਂਤੀ ਨਹੀਂ ਮਿਲੀ, ਮੇਰੇ ਮਨ ਨੂੰ ਤ੍ਰਿਪਤਾ ਨਹੀਂ ਹੋਈ, ਤੇ ਮੈਨੂੰ ਤੁਹਾਡਾ ਪਤਾ ਲੱਗਾ, ਮੈਂ ਤੁਹਾਡੇ ਕੋਲ ਆਇਆ ਹਾਂ। ਗੁਰੂ ਪਿਆਰਿਓ, ਉਹ ਅੱਗਿਓਂ ਫਿਰ ਕਹਿਣ ਲੱਗਾ, ਉਹ ਕਹਿੰਦਾ, ਸੰਤ ਕਹਿੰਦਾ ਕਿ ਇਹਨਾਂ ਸਵਾਲਾਂ ਦੇ ਜਵਾਬ ਤੈਨੂੰ ਅੱਖਰੀ ਚਾਹੀਦੇ ਹਨ ਜਾਂ ਆਪਣੇ ਪ੍ਰੈਕਟੀਕਲ ਜੀਵਨ ਦੇ ਵਿੱਚੋਂ ਮੈਂ ਦੱਸਾਂ? ਉਹ ਕਹਿੰਦਾ, ਜੀ ਅੱਖਰਾਂ ਦੇ ਨਾਲ ਤਾਂ ਮੈਨੂੰ ਸਾਰਿਆਂ ਨੇ ਦੱਸਿਆ ਹੈ, ਤੁਸੀਂ ਹੁਣ ਕਿਰਪਾ ਕਰਕੇ ਆਪ ਦੇ ਜੀਵਨ ਵਿੱਚੋਂ ਦੱਸਣਾ ਕਰੋ। ਤੇ ਉਸ ਸੰਤ ਨੇ ਕੀ ਕੀਤਾ, ਸੰਤ ਅੰਦਰ ਚਲਾ ਗਿਆ, ਆਪਣੀ ਗੋਦੜੀ ਦੇ ਵਿੱਚੋਂ ਗੁਰੂ ਪਿਆਰਿਓ
ਉਸਨੇ ਇੱਕ ਅੱਧੀ ਰੋਟੀ ਲੈ ਕੇ ਆਇਆ ਤੇ ਆ ਕੇ ਕਹਿੰਦਾ, ਫਕੀਰ ਜੀ, ਸਾਰਿਆਂ ਤੋਂ ਪਹਿਲਾਂ ਇਸ ਪ੍ਰਸ਼ਾਦੇ ਨੂੰ ਛਕਣਾ ਕਰੋ, ਇਸ ਰੋਟੀ ਨੂੰ ਛਕਣਾ ਕਰੋ, ਫਿਰ ਮੈਂ ਤੁਹਾਡੇ ਸਵਾਲ ਦਾ ਜਵਾਬ ਦਵਾਂਗਾ। ਉਸ ਫਕੀਰ ਨੇ ਗੁਰੂ ਪਿਆਰਿਓ ਉਸ ਅੱਧੀ ਰੋਟੀ ਨੂੰ ਛਕ ਲਿਆ। ਜਦੋਂ ਅੱਧੀ ਰੋਟੀ ਨੂੰ ਛਕਿਆ ਤੇ ਛਕ ਕੇ ਕਹਿਣ ਲੱਗਾ, ਹੁਣ ਮੇਰੇ ਸਵਾਲ ਦਾ ਮੈਨੂੰ ਜਵਾਬ ਦਿੱਤਾ ਜਾਵੇ। ਤੇ ਗੁਰੂ ਪਿਆਰਿਓ ਉਹ ਜਿਹੜਾ ਸੰਤ ਹੈ, ਸੰਤ ਕਹਿਣ ਲੱਗਾ ਕਿ ਤੈਨੂੰ ਪਤਾ ਹੈ ਮੈਂ ਕਿੰਨੇ ਦਿਨਾਂ ਤੋਂ ਭੁੱਖਾ, ਮੈਂ ਕਿੰਨੇ ਦਿਨ ਕੁਝ ਖਾਧਾ ਨਹੀਂ, ਕਿੰਨੇ ਦਿਨਾਂ ਤੋਂ ਮੈਂ ਭੁੱਖਾ। ਉਹ ਫਕੀਰ ਕਹਿਣ ਲੱਗਾ, ਹਾਂ ਮੈਨੂੰ ਪਤਾ ਹੈ, ਹਾਂ ਮੈਨੂੰ ਪਤਾ ਹੈ ਕਿ ਕਈ ਦਿਨਾਂ ਤੋਂ ਤੈਨੂੰ ਜੰਜੀਰਾਂ ਦੇ ਵਿੱਚ ਜਕੜ ਕੇ ਰੱਖਿਆ ਹੋਇਆ ਹੈ, ਕਈ ਦਿਨਾਂ ਤੋਂ ਭੁੱਖਾ ਹਾਂ। ਤੇ ਅੱਗਿਓਂ ਉਹ ਸੰਤ ਕਹਿਣ ਲੱਗਾ ਕਿ ਮੇਰਾ ਇੱਕ ਰਾਤ ਕੋਈ ਪ੍ਰੇਮੀ ਆਇਆ, ਚੋਰੀ ਚੋਰੀ ਮੈਨੂੰ ਇਹ ਅੱਧੀ ਰੋਟੀ ਦੇ ਗਿਆ ਤੇ ਮੈਂ ਛਕਣ ਲੱਗਾ। ਜਦੋਂ ਮੈਂ ਛਕਣ ਲੱਗਾ ਮੇਰੇ ਮਨ ਵਿੱਚ ਆਇਆ ਮਨਾ ਕਿ ਤੈਨੂੰ ਤਾਂ ਕੱਲ੍ਹ ਨੂੰ ਇਹਨਾਂ ਨੇ ਕਤਲ ਕਰ ਦੇਣਾ ਹੈ, ਤੈਨੂੰ ਕੱਲ ਇਹਨਾਂ ਨੇ ਕਤਲ ਕਰ ਦੇਣਾ ਹੈ, ਇਹ ਅੱਧੀ ਰੋਟੀ ਖਾਣ ਦਾ ਕੀ ਫਾਇਦਾ, ਇਹ ਅੱਧੀ ਰੋਟੀ ਉਸ ਨੂੰ ਦੇਵੀਂ ਜਿਸ ਨੇ 4 ਦਿਨ ਜ਼ਿੰਦਗੀ ਦੇ ਵਿੱਚ ਹੋਰ ਜੀਣੇ ਹੋਣ। ਤੇ ਉਹ ਗੁਰੂ ਪਿਆਰਿਓ ਜੋ ਅੱਧੀ ਰੋਟੀ ਸੀ, ਅੱਧੀ ਰੋਟੀ ਮੈਂ ਤੈਨੂੰ ਕਹਿੰਦਾ ਮੈਂ ਦੇ ਦਿੱਤੀ, ਤੂੰ ਅੱਧੀ ਰੋਟੀ ਖਾਧੀ ਹੈ, ਮੈਂ ਆਪਣੇ ਮੂੰਹ ਦੇ ਵਿੱਚੋਂ ਨਵਾਲਾ ਕੱਢ ਕੇ ਮੈਂ ਤੇਰੇ ਮੂੰਹ ਵਿੱਚ ਪਾ ਦਿੱਤਾ। ਇਹ ਹੈ ਤਿਆਗ ਦੀ ਹੱਦ, ਇਹ ਹੈ ਦਾਨ ਦੀ ਹੱਦ, ਇਹ ਦਾਨ ਦੀ ਹੱਦ ਹੈ ਕਿ ਮੇਰੇ ਕੋਲ ਮੈਂ ਆਪ ਭੁੱਖਾ ਹੋਵਾਂ, ਆਪ ਭੁੱਖਾ ਹੋਣ ਦੇ ਬਾਵਜੂਦ ਵੀ ਮੈਂ ਰੋਟੀ ਕਿਸੇ ਨੂੰ ਖਿਲਾ ਦੇਵਾਂ, ਇਹ ਦਾਨ ਦੀ ਹੱਦ ਹੈ। ਜਦੋਂ ਇੰਨਾ ਸੁਣਿਆ ਉਹਦੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ, ਸਰੀਰ ਕੰਬਣਾ ਸ਼ੁਰੂ ਹੋ ਗਿਆ। ਤੇ ਉਹ ਅੱਗਿਓਂ ਕਹਿਣ ਲੱਗਾ ਹੁਣ ਮੈਨੂੰ ਤਿਆਗ ਦੀ ਹੱਦ ਦੱਸੋ ਕਿ ਅਸਲ ਦੇ ਵਿੱਚ ਤਿਆਗ ਦੀ ਹੱਦ ਕੀ ਹੈ। ਉਹ ਕਹਿੰਦਾ ਇੱਕ ਕੰਮ ਕਰ, ਕੁਝ ਸਮਾਂ ਤੂੰ ਨੇਤਰ ਬੰਦ ਕਰਕੇ ਬੈਠ। ਉਹ ਨੇਤਰ ਬੰਦ ਕਰਕੇ ਬੈਠ ਗਿਆ। ਜਦੋਂ ਨੇਤਰ ਖੋਲੇ ਤੇ ਦੇਖਦਾ ਸਾਹਮਣੇ ਜੋ ਸੰਤ ਬੈਠਾ ਹੈ, ਸੰਤ ਦਾ ਸਰੀਰ ਹੈ, ਸੰਤ ਨੇ ਆਪਣਾ ਜੋ ਸਰੀਰ ਛੱਡ ਦਿੱਤਾ ਹੈ, ਉਹਦੀ ਰੂਹ ਸਰੀਰ ਤੋਂ ਬਾਹਰ ਆ ਚੁੱਕੀ ਹੈ। ਉਹ ਇੱਕਦਮ ਘਬਰਾ ਗਿਆ। ਉਹ ਕਹਿੰਦਾ ਇਹ ਮੇਰੇ ਗਲ ਨਾ ਪੈ ਜਾਵੇ, ਕੱਲ੍ਹ ਨੂੰ ਇਹਨੂੰ ਕਤਲ ਕਰਨਾ ਹੈ, ਇਹ ਕਿਤੇ ਮੇਰੇ ਗਲ ਨਾ ਪੈ ਜਾਵੇ, ਹੋਰ ਰਾਜਾ ਮੈਨੂੰ ਸਜ਼ਾ ਦੇ ਦੇਵੇ। ਤੇ ਉਹ ਗੁਰੂ ਪਿਆਰੋ ਜਦੋਂ ਘਬਰਾਇਆ, ਇੱਕਦਮ ਉਹ ਜਿਹੜਾ ਸੰਤ ਸੀ, ਉਹ ਸੰਤ ਦੀ ਆਤਮਾ ਉਸ ਦੇ ਸਰੀਰ ਵਿੱਚ ਚਲੀ ਗਈ। ਤੇ ਜਦੋਂ ਸਰੀਰ ਵਿੱਚ ਗਈ ਤੇ ਕਹਿਣ ਲੱਗਾ ਕਿ ਮਿੱਤਰਾ ਘਬਰਾ ਨਾ, ਫਕੀਰ ਸਾਈਂ ਘਬਰਾ ਨਾ, ਮੈਂ ਤੈਨੂੰ ਤਿਆਗ ਦੀ ਹੱਦ ਦੱਸ ਰਿਹਾ ਕਿ ਮਨੁੱਖ ਦੇ ਵਿੱਚ ਤਿਆਗ ਦੀ ਹੱਦ ਇੰਨੀ ਕੁ ਹੋਣੀ ਚਾਹੀਦੀ ਹੈ। ਛੱਡਦਾ ਆਪਣਾ ਜਿੱਥੇ ਧਨ ਦੌਲਤ ਛੱਡ ਦਿੱਤਾ, ਜਿੱਥੇ ਜ਼ਮੀਨ ਜਾਇਦਾਦ ਛੱਡ ਦਿੱਤੀ, ਤੇ ਮਨੁੱਖ ਜਦੋਂ ਬੰਦਗੀ ਦੇ ਵਿੱਚ ਆਪਣਾ ਸਰੀਰ ਵੀ ਛੱਡ ਦਵੇ, ਇਹ ਹੈ ਤਿਆਗ ਦੀ ਹੱਦ, ਇਹ ਤਿਆਗ ਦੀ ਹੱਦ ਹੈ। ਤੇ ਗੁਰੂ ਪਿਆਰਿਓ ਤੇ ਅਗਲਾ ਤੀਜਾ ਜਿਹੜਾ ਲਾਸਟ ਸਵਾਲ ਸੀ ਕਿ ਪ੍ਰੇਮ ਪਿਆਰ ਦੀ ਹੱਦ ਕੀ ਹੈ, ਪ੍ਰੇਮ ਦੀ ਹੱਦ ਕੀ ਹੈ, ਕਿਉਂਕਿ ਪ੍ਰੇਮ ਦੀ ਖੇਡ ਹੈ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਜਿਨ੍ਹਾਂ ਨੇ ਪ੍ਰੇਮ ਕੀਤਾ ਹੈ ਪਰਮੇਸ਼ਰ ਨੂੰ ਉਹਨਾਂ ਨੇ ਹੀ ਪਾਇਆ ਹੈ। ਤੇ ਉਹ ਫਕੀਰ ਕਹਿਣ ਲੱਗਾ ਕਿ ਕੱਲ ਨੂੰ ਤੂੰ ਕਤਲਗਾਹ ਦੇ ਵਿੱਚ ਆਈ, ਤੈਨੂੰ ਇਸ ਸਵਾਲ ਦਾ ਜਿਹੜਾ ਜਵਾਬ ਹੈ ਕੱਲ ਨੂੰ ਕਤਲਗਾਹ ਦੇ ਵਿੱਚ ਮਿਲੇਗਾ। ਜਦੋਂ ਕੱਲ ਨੂੰ ਉਹ ਕਤਲਗਾਹ ਵਿੱਚ ਆਇਆ, ਉਸ ਨੂੰ ਗੁਰੂ ਪਿਆਰਿਓ ਮਨਸੂਰ, ਉਹਦਾ ਨਾਮ ਮਨਸੂਰ ਆਇਆ ਹੈ। ਉਸ ਮਨਸੂਰ ਦੇ ਜੋ ਛੋਟੇ ਛੋਟੇ ਟੁਕੜੇ ਕਤਲਗਾਹ ਦੇ ਵਿੱਚ, ਚੌਂਕ ਦੇ ਵਿੱਚ ਕੀਤੇ ਜਾ ਰਹੇ ਸੀ, ਲੋਕਾਂ ਦੀ ਭੀੜ ਇਕੱਠੀ ਹੋਈ ਹੈ, ਇੱਕ ਟੁਕੜਾ ਮਨਸੂਰ ਦਾ ਗੁਰੂ ਪਿਆਰਿਓ ਨਿਕਲ ਕੇ ਉਸ ਫਕੀਰ ਦੇ ਕੋਲ ਆ ਗਿਆ। ਫਕੀਰ ਨੂੰ ਕਹਿਣ ਲੱਗਾ ਤੂੰ ਮੇਰੇ ਕੋਲ ਪੁੱਛਦਾ ਸੀ ਪਿਆਰ, ਆਪਣੇ ਪ੍ਰੇਮ ਦੀ ਹੱਦ ਕੀ ਹੈ, ਤਿਆਗ ਤੇ ਦਾਨ ਦੀ ਹੱਦ ਹੋ ਸਕਦੀ ਹੈ, ਪ੍ਰੇਮ ਦੀ ਹੱਦ ਨਹੀਂ ਹੋ ਸਕਦੀ। ਜਿਸ ਨੇ ਪਰਮੇਸ਼ਰ ਨਾਲ, ਪ੍ਰਭੂ ਨਾਲ, ਅੱਲਾ ਨਾਲ, ਖੁਦਾ ਨਾਲ, ਵਾਹਿਗੁਰੂ ਨਾਲ ਪ੍ਰੇਮ ਕੀਤਾ ਹੈ, ਉਹ ਉਸ ਦਾ ਬੰਦ ਵੀ ਕੱਟ ਹੋ ਜਾਵੇ, ਪਰ ਉਸ ਦੇ ਸਰੀਰ ਦੇ ਵਿੱਚੋਂ ਹੀ ਉਸ ਦੇ ਪ੍ਰੇਮੀ ਦੀ ਆਵਾਜ਼ ਆਵੇਗੀ,
ਅਨਲ ਹੱਕ ਅਨਲ ਹੱਕ ਅਨਲ ਹੱਕ, ਇਸ ਤਰੀਕੇ ਦੀ ਆਵਾਜ਼ ਉਸ ਦੇ ਟੋਟਿਆਂ ਦੇ ਵਿੱਚੋਂ ਆ ਰਹੀ ਸੀ। ਗੁਰੂ ਪਿਆਰਿਓ, ਉਸ ਦੇ ਟੋਟਿਆਂ ਨੇ ਦੱਸ ਦਿੱਤਾ ਪ੍ਰੇਮ ਦੀ ਕੋਈ ਹੱਦ ਨਹੀਂ ਹੋ ਸਕਦੀ, ਤਿਆਗ ਤੇ ਵਿਰਾਗ ਦੀ ਹੱਦ ਹੋ ਸਕਦੀ ਹੈ। ਤੇ ਗੁਰੂ ਪਿਆਰਿਓ, ਇਸੇ ਤਰੀਕੇ ਦੇ ਨਾਲ ਇਹ ਹੱਦ, ਇਹ ਪ੍ਰੇਮ, ਇਹ ਜਿਹੜੀ ਖੇਡ ਹੈ, ਪਤਾ ਉਹਨਾਂ ਨੂੰ ਹੀ ਲੱਗੇਗਾ। ਪੰਜ ਚੇਲੇ ਮਿਲ ਭਏ ਇਕੱਤਰਾ, ਏਕਸ ਕੈ ਵਸ ਕੀਏ। 10 ਬੈਰਾਗਣ ਆਗਿਆਕਾਰੀ, ਤਬ ਨਿਰਮਲ ਜੋਗੀ ਥੀਏ। ਜਿਨ੍ਹਾਂ ਨੇ ਆਪਣੀਆਂ 10 ਇੰਦਰੀਆਂ ਆਪਣੇ ਕਾਬੂ ਦੇ ਵਿੱਚ ਕਰ ਲਈਆਂ, 10 ਵੈਰਾਗਣ ਆਗਿਆਕਾਰੀ, ਤਬ ਨਿਰਮਲ ਜੋਗੀ ਥੀਏ। ਆਪਣੀਆਂ 10 ਇੰਦਰੀਆਂ ਆਪਣੇ ਕਾਬੂ ਦੇ ਵਿੱਚ ਕਰਕੇ ਉਹ ਨਿਰਮਲ ਜੋਗੀ, ਭਲੇ ਜੋਗੀ ਬਣ ਗਏ। ਇਹ ਹੋਈਆਂ ਕਿੱਦਾਂ? ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਪਰਮੇਸ਼ਰ ਦਾ ਨਾਮ ਜਪੀ ਤੇ ਸੰਸਾਰ ਦੇ ਵਿੱਚ ਨਿਰਮਲ ਕਰਮ ਕਰੀ। ਇਹ ਨਿਰਮਲ ਕਰਮ ਨੇ ਤਬ ਨਿਰਮਲ ਜੋਗੀ ਥੀਏ। ਪਰਮ ਜਰਾਏ ਚਰਾਈ ਬਿਭੂਤਾ, ਪੰਥ ਏਕ ਕਰ ਪੇਖਿਆ। ਮੇਰੇ ਸਾਰੇ ਜਿਹੜੇ ਭਰਮ ਨੇ ਗੁਰੂ ਨੇ ਕੱਟ ਦਿੱਤੇ ਆ। ਮੈਨੂੰ ਸੋਝੀ ਹੋ ਗਈ, ਇਸ ਮਾਇਆ ਦਾ ਪਤਾ ਲੱਗ ਗਿਆ। ਭਰਮ ਜਰਾਏ ਚਰਾਈ ਬਿਭੂਤਾ, ਮਾਇਆ ਦੀ ਖੇਡ ਦਾ ਪਤਾ ਲੱਗ ਗਿਆ ਕਿ 3 ਗੁਣਾਂ 'ਚ ਨਹੀਂ ਫਸਣਾ। ਰਜ ਗੁਣ, ਤਮ ਗੁਣ, ਸਤ ਗੁਣ ਕਹੀਐ, ਇਹ ਤੇਰੀ ਸਭ ਮਾਇਆ। ਚੌਥੇ ਪਦ ਕੋ ਜੋ ਨਰ ਚੀਨੈ, ਤਿਨਹੀ ਪਰਮ ਪਦ ਪਾਇਆ। ਗੁਰੂ ਨੇ ਚੌਥੇ ਪਦ ਦੀ ਗੱਲ ਸਮਝਾ ਦਿੱਤੀ, ਤੁਰਿਆ ਅਵਸਥਾ ਦੀ ਗੱਲ ਸਮਝਾ ਦਿੱਤੀ। ਬ੍ਰਹਮਾ ਵਿਸ਼ਨ ਮਹੇਸ਼, ਤਰੈ ਗੁਣ ਸਿਰ ਧੰਦੇ ਲਾਇਆ। ਮਾਇਆ ਕਾ ਮੂਲ ਰਚਾਇਓਨ, ਤੁਰਿਆ ਸੁਖ ਪਾਇਆ। ਗੁਰੂ ਨੇ ਚੌਥੇ ਤੁਰਿਆ ਅਵਸਥਾ ਦੀ, ਚੌਥੇ ਪਦ ਦੀ ਖੇਡ ਸਮਝਾ ਦਿੱਤੀ ਕਿ ਤਿੰਨਾਂ ਚੋਂ ਨਿਕਲਣਾ ਹੈ। ਭਰਮ ਜਰਾਏ, ਇਹ ਭਰਮ ਕੱਟੇ ਗਏ। ਚਰਾਈ ਬੇਪੂਤਾ, ਆਪਣੇ ਸਰੀਰ ਤੇ ਵਿਭੂਤ ਚਾੜ ਲਈ। ਉਹ ਕਿਹੜੀ ਵਿਭੂਤ ਚਾੜੀ ਹੈ? ਧਿਆਨ ਕੀ ਕਰਹਿ ਵਿਭੂਤ। ਉਹ ਧਿਆਨ ਦੀ ਜਿਹੜੀ ਵਿਭੂਤ ਹੈ ਆਪਣੇ ਸਰੀਰ ਤੇ ਚੜਾ ਲਈ ਹੈ ਮੈਂ। ਪੰਥ ਏਕ ਕਰ ਪੇਖਿਆ, ਜਿਹੜਾ ਆਈ ਪੰਥੀ ਹੈ, ਇਹ ਆਈ ਪੰਥੀ ਇਹੀ ਹੈ ਮੇਰੇ ਵਾਸਤੇ, ਜੋ ਆਈ ਪੰਥੀ ਹੈ ਕਿ ਮੈਂ ਸਾਰਿਆਂ ਦੇ ਵਿੱਚ ਭਾਈ ਕਨ੍ਹਈਆ ਜੀ ਤਰ੍ਹਾਂ ਇੱਕ ਹੀ ਮੈਂ ਸਾਰਿਆਂ ਦੇ ਵਿੱਚ ਦੇਖ ਰਿਹਾ। ਇੱਕ ਪਰਮੇਸ਼ਰ ਦੇ ਹੀ ਮੈਨੂੰ ਦਰਸ਼ਨ ਹੋ ਰਹੇ ਹਨ। ਸਹਿਜ ਸੂਖ ਸੋ ਕੀਨੀ ਭੁਗਤਾ, ਜੋ ਠਾਕੁਰ ਮਸਤਕ ਲਿਖਿਆ। ਸਹਿਜ ਸੂਖ ਸੋ ਕੀਨੀ ਭੁਗਤਾ, ਸਹਿਜ ਸੁਖ ਦੀ ਤਾਂ ਗੱਲ ਹੈ ਗੁਰੂ ਪਿਆਰਿਓ। ਸਹਿਜ ਦੇ ਵਿੱਚ ਉਸ ਪਰਮੇਸ਼ਰ ਦੇ ਸੱਚ ਦੇ ਦਰਸ਼ਨ ਹੋ ਗਏ। ਇਹ ਮੇਰੇ ਵਾਸਤੇ ਭੰਡਾਰਾ ਹੈ। ਜਦੋਂ ਸਾਰਾ ਭੰਡਾਰਾ ਖੁੱਲ ਗਿਆ, ਰੱਜ ਰੱਜ ਕੇ ਹੁਣ ਮੈਂ ਦਰਸ਼ਨ ਕਰੀ ਜਾਣਾ ਉਸ ਭੰਡਾਰੇ ਦੇ, ਜੋ ਠਾਕੁਰ ਮਸਤਕ ਲਿਖਿਆ। ਮੇਰੇ ਠਾਕੁਰ ਨੇ ਇਹ ਭੰਡਾਰੇ ਦੀ ਦਾਤ, ਇਹ ਸੱਚ ਦੀ ਦਾਤ, ਇਹ ਸਹਿਜ ਸੂਖ ਦੀ ਦਾਤ, ਇਹ ਮੇਰੀ ਝੋਲੀ ਵਿੱਚ ਪਾ ਦਿੱਤੀ ਹੈ। ਜਹ ਭਉ ਨਾਹੀ ਤਹ ਆਸਨ ਬਾਧਿਓ, ਸਿੰਘੇ ਅਨਹਤ ਬਾਨੀ। ਜਹ ਭਉ ਨਾਹੀ ਤਹ ਆਸਨ ਬਾਧਿਓ, ਜਿੱਥੇ ਕੋਈ ਭਉ ਨਹੀਂ, ਜਿਸ ਨੂੰ ਬੇਗਮਪੁਰਾ ਕਹਿ ਦਿੱਤਾ ਗੁਰਬਾਣੀ ਦੇ ਵਿੱਚ। ਬੇਗਮਪੁਰਾ ਸ਼ਹਿਰ ਕੋ ਨਾਉ, ਦੁਖ ਅੰਦੋਹ ਨਹੀਂ ਤਹ ਠਾਓ। ਜਿੱਥੇ ਕੋਈ ਦੁੱਖ ਨਹੀਂ ਹੈ, ਜਿੱਥੇ ਕੋਈ ਦਰਦ ਨਹੀਂ ਹੈ, ਜਿੱਥੇ ਕੋਈ ਤਕਲੀਫ ਨਹੀਂ ਹੈ, ਜਿਸ ਨੂੰ ਗੁਰੂ ਪਿਆਰੋ ਸੱਚਖੰਡ ਕਹਿ ਦਿੱਤਾ, ਜਿਸ ਨੂੰ ਅਬਚਲ ਨਗਰ ਕਹਿ ਦਿੱਤਾ, ਜਿਸ ਨੂੰ ਥਿਰ ਘਰ ਕਹਿ ਦਿੱਤਾ। ਥਿਰ ਘਰ ਵੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਉਸ ਦੇ ਗੱਲ ਕਰ ਦਿੱਤੀ ਗੁਰੂ ਪਿਆਰਿਓ। ਜਹ ਭਉ ਨਾਹੀ ਤਾਂ ਆਸਨ ਬਾਧਿਓ, ਜਿੱਥੇ ਕੋਈ ਭਉ ਨਹੀਂ, ਜਿੱਥੇ ਕੋਈ ਡਰ ਨਹੀਂ। ਸਿੰਘੀ ਅਨਹਤ ਬਾਣੀ, ਜਿੱਥੇ ਸਿਰਫ ਅਨਾਹਦ ਸ਼ਬਦ ਹੀ ਸੁਣ ਰਹੇ ਆ, ਜਿੱਥੇ ਮਨੁੱਖ ਅਨਾਹਦ ਸ਼ਬਦ ਸੁਣੀ ਜਾ ਰਿਹਾ ਹੈ। 9 ਦਰ ਠਾਕੇ ਧਾਵਤ ਰਹਾਏ, ਇਹ 9ਵੇਂ ਜਿਹੜੇ ਦਰਵਾਜ਼ੇ ਨੇ, ਇਹ 9ਵੇਂ ਦਰਵਾਜ਼ੇ ਮੂੰਦ ਲੀਏ ਦਰਵਾਜ਼ੇ, ਬਾਜੀ ਵਾਲੇ ਅਨਹਤ ਬਾਜੇ। ਉਹੀ ਗੱਲ ਕੀਤੀ ਹੈ ਇਸ ਤੁਕ ਦੇ ਵਿੱਚ ਗੁਰੂ ਪਿਆਰਿਓ। 9 ਦਰ ਠਾਕੇ ਧਾਵਤ ਰਹਾਏ, 10ਵੇਂ ਨਿਜ ਘਰ ਵਾਸਾ ਪਾਏ। ਉਥੈ ਅਨਹਦ ਸ਼ਬਦ ਬੱਜੇ ਦਿਨ ਰਾਤੀ, ਦਿਨ ਰਾਤ ਅਨਾਹਦ ਸ਼ਬਦ ਸੁਣ ਰਹੇ ਆ।
ਜਿਹਦੀ ਕੋਈ ਭਾਸ਼ਾ ਨਹੀਂ, ਸਾਜ਼ ਵੱਜ ਰਿਹਾ ਪਰਮੇਸ਼ਰ ਦੇ, ਉਹ ਇੱਕ ਕਾਲੇ ਦੇ ਅੰਦਰ ਵੀ ਵੱਜ ਰਿਹਾ, ਇੱਕ ਗੋਰੇ ਦੇ ਅੰਦਰ ਵੀ ਵੱਜ ਰਿਹਾ, ਉਹ ਵਿਹਾਰੀ ਦੇ ਅੰਦਰ ਵੀ ਵੱਜ ਰਿਹਾ, ਪੰਜਾਬੀ ਦੇ ਅੰਦਰ ਵੀ ਵੱਜ ਰਿਹਾ। ਉਹ ਗੁਰੂ ਪਿਆਰੋ ਜਿਤਨੇ ਵੀ ਦੇਸ਼ ਹੈ, ਸਾਰੇ ਦੇਸ਼ਾਂ ਦੇ ਵਿੱਚ ਜਿੰਨੇ ਜੀਵ ਆ, ਜਿੰਨੇ ਮਨੁੱਖ ਆ, ਕੋਈ ਇਸਤਰੀ ਹੈ, ਸਾਰਿਆਂ ਦੇ ਅੰਦਰ ਇਹ ਅਨਾਹਦ ਸ਼ਬਦ ਵੱਜ ਰਿਹਾ। ਗੁਰੂ ਨੇ ਮੈਨੂੰ ਇਸ ਦਾ ਗਿਆਨ ਕਰਵਾ ਦਿੱਤਾ ਹੈ। ਜਦੋਂ 9 ਦਰ ਠਾਕੇ ਧਾਵਤ ਰਹਾਏ, ਨੌਵਾਂ ਇੰਦਰੀਆਂ ਨੂੰ ਕੰਟਰੋਲ ਕਰ ਲਿਆ, 10ਵੇਂ ਨਿਜ ਘਰ ਵਾਸਾ ਪਾਏ, ਮੇਰਾ 10ਵੇਂ ਦਰ ਦੇ ਵਿੱਚ ਮੇਰਾ ਵਾਸਾ ਹੋ ਗਿਆ। 10ਵੇਂ ਨਿਜ ਘਰ ਵਾਸਾ ਪਾਏ, ਉਥੈ ਅਨਹਦ ਸ਼ਬਦ ਬੱਜੇ ਦਿਨ ਰਾਤੀ, ਗੁਰਮਤੀ ਸ਼ਬਦ ਸੁਣਾਵਣਿਆ। ਗੁਰੂ ਦੀ ਮੱਤ ਲੈ ਕੇ ਇਹ ਸਿੰਘੀ ਅਨਹਤ ਬਾਣੀ, ਇਹ ਜਿਹੜੀ ਇਹ ਮੈਨੂੰ ਸੁਣਾਈ ਦੇਣ ਲੱਗ ਪਈ ਹੈ। ਤਤ ਵਿਚਾਰ ਡੰਡਾ ਕਰ ਰਾਖਿਓ, ਜੁਗਤ ਨਾਮ ਮਨ ਭਾਨੇ। ਤਤ ਵਿਚਾਰ, ਜਿਹੜਾ ਅਸਲ ਵਿੱਚ ਤਤ ਗੁਰਮਤਿ ਦਾ ਪ੍ਰਚੰਡ ਗਿਆਨ ਹੈ, ਇਹ ਮੇਰੇ ਵਾਸਤੇ ਡੰਡਾ ਹੈ। ਤੁਸੀਂ ਹੱਥ ਵਿੱਚ ਡੰਡਾ ਫੜਿਆ ਹੋਇਆ ਹੈ ਜੋਗੀਓ, ਪਰ ਮੇਰਾ ਡੰਡਾ ਤਤ ਵਿਚਾਰ ਹੈ। ਤਤ ਵਿਚਾਰ ਡੰਡਾ ਕਰ ਰਾਖਿਓ, ਜੁਗਤ ਨਾਮ ਮਨ ਭਾਨੀ। ਮੇਰੇ ਕੋਲ ਜੁਗਤੀ ਹੈ ਨਾਮ ਦੀ, ਵਿਭੂਤ ਦੀ ਜੁਗਤੀ ਹੈ, ਮੇਰੇ ਕੋਲ ਨਾਮ ਦੀ ਜੁਗਤੀ ਹੈ। ਐਸਾ ਜੋਗੀ ਵਡ ਭਾਗੀ ਭੇਟੈ, ਮਾਇਆ ਕੇ ਬੰਧਨ ਕਾਟੈ। ਐਸਾ ਜੋਗੀ ਵੱਡ ਭਾਗੀ ਭੇਟੈ, ਵੱਡੇ ਭਾਗਾਂ ਦੇ ਨਾਲ ਐਸਾ ਜੋਗੀ ਮਿਲਦਾ ਹੈ ਜਿਹੜਾ ਮਾਇਆ ਦੇ ਬੰਧਨ ਕੱਟ ਦਿੰਦਾ ਹੈ। ਮਾਇਆ ਦੇ ਬੰਧਨ ਸਾਰੇ ਕੱਟ ਕੇ ਰੱਖ ਦਿੱਤੇ, ਸੋਝੀ ਕਰਵਾ ਦਿੱਤੀ। ਇਸ ਖੇਡ ਦੀ ਸ਼ੁਰੂ ਕਿੱਥੋਂ ਹੋਏ ਸੀ? ਮਾਇਆ ਤੋਂ। ਇਹ ਮਾਇਆ ਕੀ ਹੈ? ਮਾਇਆ ਕੀ ਹੈ? ਮਾਇਆ ਤੋਂ ਸ਼ੁਰੂ ਹੋਏ ਸੀ। ਤੇ ਗੁਰੂ ਪਿਆਰਿਓ, ਜੋਗੀ ਮਿਲ ਗਿਆ, ਪੂਰਾ ਸਤਿਗੁਰੂ ਮਿਲ ਗਿਆ, ਪੂਰਾ ਸੰਤ ਮਿਲ ਗਿਆ, ਜਿਸ ਨੇ ਮਾਇਆ ਦੇ ਬੰਧਨ ਕੱਟ ਦਿੱਤੇ। ਮਾਇਆ ਕੇ ਬੰਧਨ ਕਾਟੈ। ਸੇਵਾ ਪੂਜ ਕਰੋ ਤਿਸ ਮੂਰਤ ਕੀ, ਨਾਨਕ ਤਿਸ ਪਗ ਚਾਟੈ। ਸੇਵਾ ਪੂਜ ਕਰੋ ਤਿਸ ਮੂਰਤ ਕੀ, ਨਾਨਕ ਤਿਸ ਪਗ ਚਾਟੈ। ਉਸ ਮੂਰਤ ਦੀ ਸੇਵਾ ਦੇ ਵਿੱਚ ਲੱਗ ਜਾਈਏ, ਸੱਚੀ ਸੇਵਾ ਦੇ ਵਿੱਚ ਲੱਗੀਏ। ਉਸ ਆਪਣੇ ਸਾਧ ਦੀ, ਉਸ ਆਪਣੇ ਸੰਤ ਦੀ, ਉਸ ਆਪਣੇ ਗੁਰਮੁਖ ਦੀ, ਉਸ ਆਪਣੇ ਸਤਿਗੁਰੂ ਦੀ ਸੱਚੀ ਸੇਵਾ ਦੇ ਵਿੱਚ ਲੱਗੀਏ। ਜਿਸ ਸਤਿਗੁਰੂ ਨੇ ਜੁਗਤੀ ਦੇ ਨਾਲ ਇਹ ਸਾਰੀ ਖੇਡ ਬਾਰੇ ਦੱਸ ਦਿੱਤਾ ਹੈ, ਉਹਨਾਂ ਦੇ ਪੈਰ ਦੇ ਵਿੱਚ ਕੋਟਾਨ ਕੋਟ ਉਹਨਾਂ ਦੀ ਬੰਦਨਾ ਕਰਨੀ ਚਾਹੀਦੀ ਹੈ। ਨਾਨਕ ਤਿਸ ਪਗ ਚਾਟੈ। ਇਹ ਜਿਹੜੇ ਗੁਰੂ ਸਾਹਿਬ ਜੀ ਨੇ ਅਪਾਰ ਬਖਸ਼ਿਸ਼ ਕੀਤੀ ਹੈ। ਸਮੇਂ ਦੀ ਗੁਰੂ ਪਿਆਰੋ ਸਮਾਪਤੀ ਹੈ। ਸਤਿਗੁਰੂ ਜੀ ਬਖਸ਼ਿਸ਼ ਕਰਨ ਸਾਡੀ ਝੋਲੀ ਦੇ ਵਿੱਚ ਇਹ ਜੋ ਨਾਮ ਦੀ ਦਾਤ ਹੈ, ਇਹ ਬੜੀ ਮਹਾਨ ਦਾਤ ਹੈ। ਇਹ ਨਾਮ ਦੀ ਦਾਤ ਸਾਡੀ ਝੋਲੀ ਵਿੱਚ ਪਾ ਕਰਕੇ ਗੁਰੂ ਸਾਹਿਬ ਸਾਨੂੰ ਨਿਹਾਲ ਕਰ ਦੇਣ, ਤਾਂ ਕਿ ਸਾਡੇ ਵੀ ਹੋ ਜਾਣ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰਿ ਪ੍ਰਭ ਆਪੇ ਮੇਲੇ। ਐਸਾ ਜੋਗੀ ਵਡ ਭਾਗੀ ਭੇਟੈ, ਮਾਇਆ ਕੇ ਬੰਧਨ ਕਾਟੈ। ਸੇਵਾ ਪੂਜ ਕਰੋ ਤਿਸ ਮੂਰਤ ਕੀ, ਨਾਨਕ ਤਿਸ ਪਗ ਚਾਟੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।